किसान अंदोलन की गल करिए तो पंजाब च जिहड़ा मगिया नज़र आ रहा है। पंजाब के मुख्यमंत्री भगवंत मान उन्होंने कुछ मिनट पहला जी प्रैस कॉन्फ्रेंस की उहदे चेचे तौर पर कहा कि किसानों दी सारियां मंगां मन्नियां गईयां। इहदे बावजूद कहते भी क्यों तुसीं लोकां नूं तकलीफ दे रहे हो, धरने दे रहे हो। मुख्यमंत्री का कहना पहला मीटिंग लैण लई धरना, फिर मीटिंग दौरान धरना, तो फिर मीटिंग दी मन्नियां होईयां मंगां लागू कराउण दे लई धरना। ये तो हम किसान आगू दसणगे। मैं तो इको ही संखेप में कहना चाहना कि मुख्यमंत्री साहब ने बिल्कुल संखेप के स्पष्ट तौर पर ट्रांसपेरेंट तरीके नाल दस दिता है और आपां भी सारिਆਂ ने देखा, तुसीं मीडिया कर्मियों ने भी सारा कुछ देखा कि पहला मुख्यमंत्री साहब नूं सारे किसान आगू मिले आ, जथेबंदियां मिलियां आ ते मंगां भी मन्नियां गईयां सीगियां। उस तो बाद फिर धरना शुरू होया संगरूर। उस दी गल दा भी निपटारा जो बाद कीता गया तो बाद ये गल निकली भी कहंदे सी जे लिखती नहीं सी लिया, इस करके लिखती लेना हुण। फिर लिखती भी देता, उन्हां मंगां नूं लागू करन दा वरतारा भी शुरू हो गया ते फिर हुण धरना शुरू हो गया। हुण सानूं तां पता नहीं नवीआं मंगां पंजाब सरकार नाल किहड़ियां क्रॉप अप होईयां आ। राजनीतिक संयुक्त किसान मोर्चा बनया, जिहड़े संयुक्त किसान मोर्चे चों जगजीत सिंह डੱਲੇਵਾਲਾ रिहाई अड्ड होए ने, उन्हां दी ਸਾਡੇ ਤੋਂ ਪਹਿਲਾਂ ਮੀਟਿੰਗ ਸੀ। ਉਹਨਾਂ ਦਾ ਕੋਈ ਮੰਗ ਪੱਤਰ 5-7 ਮੰਗਾਂ ਦਾ ਹੀ ਸੀ। ਇੱਕ ਦੋ ਮੰਗਾਂ ਜਿਹੜੀਆਂ ਮੰਨ ਕੇ ਬਾਕੀ ਜਿਹੜੀਆਂ ਲਾਗੂ ਕੀਤੀਆਂ ਨੇ, ਬਾਕੀ ਜਿਹੜੀਆਂ ਅਕਤੂਬਰ ਬੀਤ ਗਿਆ, ਆ ਨਵੰਬਰ ਚ ਅਸੀਂ ਬੈਠੇ ਆ, 1.5 ਮਹੀਨਾ ਹੋ ਗਿਆ ਤਾਂ ਅਜੇ ਸਰਕਾਰ ਨੇ ਉਹਨੂੰ ਲਾਗੂ ਨਹੀਂ ਕਰ ਰਹੀ। ਜਿਹਦੇ ਚ ਜਿਹੜਾ ਦੂਜੀ ਗੱਲ ਇਹ ਆ ਵੀ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੀ ਧਾਰ ਅੰਦੋਲਨ ਦੀ ਤਿੱਖੀ ਕਰ ਰਹੇ ਆ ਕੇਂਦਰ ਵੱਲ ਨੂੰ, ਪਰ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਸਾਡੇ ਨਾਲ ਵਾਅਦੇ ਕਰਕੇ ਉਹਦੇ ਤੇ ਪੂਰਾ ਨਹੀਂ ਉਤਰ ਰਹੀ। ਤਾਂ ਇਹਨਾਂ ਇੱਕ ਲੈ ਕੇ ਆਏ ਨੇ ਕਿ ਅਸੀਂ ਜਿਹੜਾ ਵੱਡੇ ਲੋਕਾਂ ਨੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੱਬੀਆਂ ਨੇ ਉਹਨਾਂ ਤੋਂ ਛਡਾਵਾਂਗੇ, ਪਰ ਅਸੀਂ ਕਹਿੰਦੇ ਵੀ ਤੁਸੀਂ ਜਿਹੜਾ ਮੋਹਾਲੀ ਨੇੜੇ ਜਿੱਥੇ ਵੱਡਿਆਂ ਲੋਕਾਂ ਨੇ ਨੱਪੀਆਂ ਪੰਚਾਇਤੀ ਜ਼ਮੀਨਾਂ ਛਡਾਓ। ਤਾਂ ਉਹਦੇ ਤੇ ਹੁਣ ਇਹਨਾਂ ਕੀਤਾ ਕਿ ਨਵਾਂ ਰੂਪ ਲੈ ਕੇ ਆ ਗਏ ਨੇ ਕਿ ਜਿਹੜੀਆਂ ਉਹਨਾਂ ਜ਼ਮੀਨਾਂ ਦੀ ਮਾਲਕੀ ਹੋਈ ਇਹ ਦੇ ਰਹੇ ਨੇ, ਪੰਚਾਇਤੀ ਨਾਂ ਚਾੜ ਰਹੇ ਨੇ। ਜਦੋਂ ਉਹਦੇ ਤੇ ਇਹ ਦਲੀਲ ਨਹੀਂ ਸੀ ਤਾਂ ਹੁਣ ਦੀ ਪੰਚਾਇਤ ਕਾਨੂੰਨ ਨਵਾਂ ਲਿਆ ਕੇ ਉਹਦੀ ਮਾਲਕੀ ਪੰਚਾਇਤਾਂ ਨੂੰ ਦੇ ਦਿੱਤੀ। ਜਦ ਕਿ ਜਿਹੜੀ ਮੋਹਾਲੀ ਨੇੜੇ ਜਾਂ ਇਹਨਾਂ ਦੇ ਵੱਡੇ ਅਫਸਰਾਂ ਨੇ ਜਾਂ ਦੂਜੀਆਂ ਪਾਰਟੀਆਂ ਦੇ ਵੱਡੇ ਅਫਸਰਾਂ ਨੇ ਜਾਂ ਸਰਕਾਰ ਦੇ ਵਿੱਚ ਜਿਹੜੇ ਬੈਠੇ ਨੇ ਜਿਹੜੇ ਵੱਡੇ ਅਫਸਰ ਨੇ, ਉਹਨਾਂ ਨੇ ਜ਼ਮੀਨ ਜਿਹੜੀ ਦੱਬੀ ਹੋਈ ਉਹ ਤੁਹਾਨੂੰ ਇਹ ਮੂੰਹ ਨਹੀਂ ਕਰ ਰਹੇ। ਇਹਦਾ ਨਾ ਮਤਲਬ ਕੋਈ ਸ਼ੌਕ ਨਹੀਂ ਹੁੰਦਾ ਜੀ, ਲੋੜ ਪੈਂਦੀ ਆ ਲੜਾਈ ਲੜਨ ਦੀ ਜੀ। ਕਿਸਾਨ ਇੰਨੇ ਵਿਹਲੇ ਨਹੀਂ ਹੈਗੇ ਕੱਤੇ ਦੀ ਰੁੱਤਾ ਕਿ ਉਹ ਸੜਕਾਂ ਤੇ ਆ ਜਾਣ। ਜਦੋਂ ਕੋਈ ਸਮੱਸਿਆ ਕ੍ਰੀਏਟ ਹੁੰਦੀ ਆ, ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਸਾਨੂੰ ਸੜਕਾਂ ਦੇ ਉੱਤੇ ਜਾਣਾ ਪੈਂਦਾ। ਢੀਂਡਸਾ ਸਾਹਿਬ ਜੀ ਜਿਨ੍ਹਾਂ ਦੇ ਜਿਹੜਾ ਮੰਤਰੀ ਆ ਉਹਨੇ ਕਹਿੰਦਾ ਵੀ ਇੱਕ ਨਵੀਂ ਜੰਗ ਸ਼ੁਰੂ ਹੋਈ, ਇੱਕ ਨਵੀਂ ਜੰਗ ਅਸੀਂ ਲੜਨ ਜਾ ਰਹੇ ਆ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਕਿਸਾਨਾਂ ਨਾਲ ਜੰਗ ਲੜੋਗੇ, बीजेपी के खिलाफ तो उदों इन्होंने बहुत वादे दिते सीगे किसानों नूं कि असीं सारा कुछ ठीक कर देवांगे ते उन्हां वादियां दे बाद फिर उन्हां दी बहुत वड्डी बहुमत लैके सरकार भी आ गई है। हुण मैं ये पूछना चाहना कि देखो सरकार आ गई है, कुछ सिर्फ किसान ही नहीं बैठे हुए रस्ते च। मान साहब ने कहा सीगा कि उन्हां दी सरकार दे विच कदी भी कोई भी स्ट्राइक नहीं होएगी, कोई भी बंदा सड़क ते नहीं बैठेगा। किसान बैठे ने, आंगनवाड़ी बैठे ने, ट्रांसपोर्ट वाले बैठे हुए ने, टीचर्स बैठे हुए ने, सारे ही सड़कों के उत्ते ने। हुणे ही मैं पटियाले तो चंडीगढ़ जाना सी ते रस्ते च बड़ी मुश्किल दे नाल वापस मुड़ के आ गया। करने नहीं दी जी सही गल्लां ਉਹ ਵੀ ਨਹੀਂ ਦੱਸਣ ਦਿੱਤੀਆਂ। ਤੁਸੀਂ ਮੈਨੂੰ ਸਹੀ ਗੱਲਾਂ ਵੀ ਨਹੀਂ ਦੱਸਣ ਦਿੰਦੇ। ਲਿਪੋ ਪੁੱਛੀ ਦਾ ਮਤਲਬ ਹੀ ਨਹੀਂ ਕੋਈ। ਨਹੀਂ ਤੁਸੀਂ ਵੀ ਸਾਡੇ ਤੇ ਗਲਤ ਅਟੈਕ ਨਾ ਕਰੋ। ਨਹੀਂ ਮੈਂ ਨਹੀਂ ਗਲਤ ਅਟੈਕ ਕਰਦਾ, ਮੈਂ ਸਾਰਾ ਦੱਸਾਂ। नज़रिया की डिबेट जगतार सिंह सिद्धू ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, स्वागत है। काफ़ी दिनों बाद किसान अंदोलन की गल करिए तो पंजाब जिहड़ा मगिया नज़र आ रहा है। इस तो पहला कि मैं किसान अंदोलन बारे गल करा, पंजाब के मुख्यमंत्री भगवंत मान
ਉਹਨਾਂ ਨੇ ਕੁਝ ਮਿੰਟ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਚੇਚੇ ਤੌਰ ਤੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ, ਚਾਹੇ ਗੰਨੇ ਦੀ ਗੱਲ ਕਰ ਲਈਏ, ਚਾਹੇ ਮੂੰਗੀ ਦੀ ਗੱਲ ਕਰ ਲਈਏ, ਜਾਂ ਜਿਹੜਾ ਕਿਸਾਨ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਨੌਕਰੀਆਂ, ਉਹਨਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕਰ ਲਈਏ। ਇਹਦੇ ਬਾਵਜੂਦ ਉਹ ਕਹਿੰਦੇ ਵੀ ਕਿਉਂ ਤੁਸੀਂ ਲੋਕਾਂ ਨੂੰ ਤਕਲੀਫ ਦੇ ਰਹੇ ਹੋ, ਧਰਨੇ ਦੇ ਰਹੇ ਹੋ। ਮੁੱਖ ਮੰਤਰੀ ਦਾ ਕਹਿਣਾ ਪਹਿਲਾਂ ਮੀਟਿੰਗ ਲੈਣ ਲਈ ਧਰਨਾ, ਫਿਰ ਮੀਟਿੰਗ ਦੌਰਾਨ ਧਰਨਾ, ਤੇ ਫਿਰ ਮੀਟਿੰਗ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੇ ਲਈ ਧਰਨਾ। ਕੌਣ ਸਹੀ ਹੈ? ਦੂਜੇ ਪਾਸੇ ਗੱਲ ਇੱਥੇ ਨਿਬੜ ਜਾਂਦੀ ਤੇ ਕੋਈ ਗੱਲ ਨਹੀਂ। ਮਾਮਲਾ ਇਹ ਵੀ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਨਾਲ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਸੀ, ਠੀਕ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ, ਪਰ ਦੂਜੇ ਸਾਰੇ ਮਾਮਲੇ ਜਿਹੜੀਆਂ ਮੰਗਾਂ MSP ਦੇ ਦੂਜੇ ਮਾਮਲੇ ਉੱਦਾਂ ਦੀ ਉੱਦਾਂ ਹੀ ਲਟਕ ਰਹੇ ਹੈ। ਇਸ ਲਈ ਇੱਕ ਨਵੀਂ ਪ੍ਰਸਥਿਤੀ ਪੰਜਾਬ 'ਚ ਦੇਖਣ ਨੂੰ ਮਿਲ ਰਹੀ ਹੈ ਕਿ ਨਵੇਂ ਸਿਰੇ ਤੋਂ ਭਾਜਪਾ ਆਗੂਆਂ ਦੇ ਘਿਰਾਓ ਵੀ ਹੋ ਰਹੇ ਆ, ਰਾਜਮਾਰਗਾਂ ਦੇ ਘਿਰਾਓ ਵੀ ਹੋ ਰਹੇ ਆ। ਵੱਡੇ ਸਵਾਲ ਹੈ ਇਹਨਾਂ ਸਾਰੇ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਮਹਿਮਾਨ ਸਾਡੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ। ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਜਗਤਾਰ ਸੰਘੇੜਾ ਜੀ ਨੇ, ਭਾਰਤੀ ਜਨਤਾ ਪਾਰਟੀ ਵੱਲੋਂ ਜੈਵੰਤ ਸਿੰਘ ਜੀ ਨੇ, ਇਸੇ ਤਰੀਕੇ ਨਾਲ ਸੀਨੀਅਰ ਕੱਦਾਵਰ ਆਗੂ ਜਿਹੜੇ ਗੁਰਮੀਤ ਮਹਿਮਾ ਜੀ, ਜਿਨ੍ਹਾਂ ਨੇ ਲੰਬਾ ਸਮਾਂ ਕਿਸਾਨੀ ਅੰਦੋਲਨ ਦੀ ਅਗਵਾਈ ਕੀਤੀ ਦਿੱਲੀ ਦੀਆਂ ਬਰੂਹਾਂ 'ਤੇ, ਇੱਦਾਂ ਹੀ ਬਲਦੇਵ ਭਾਈ ਰੂਪਾ ਜੀ ਕਿਸਾਨ ਆਗੂ। ਸਾਰੇ ਮਹਿਮਾਨਾਂ ਦਾ ਮੈਂ ਤੁਹਾਡੇ ਵੱਲੋਂ ਪੈਨਲ 'ਤੇ ਆਉਣ ਲਈ ਜੀ ਆਖਦਾ, ਸਵਾਗਤ ਕਰਦਾ। ਪਹਿਲਾ ਸਵਾਲ ਪ੍ਰੋਫੈਸਰ ਜਗਤਾਰ ਸੰਘੇੜਾ ਤੁਹਾਡੇ ਤੋਂ ਲੈਣ ਲੱਗਿਆ। ਆਪਾਂ ਪੰਜਾਬ ਦੀ ਗੱਲ ਕਰ ਲਈਏ। ਭਗਵੰਤ ਮਾਨ ਦਾ ਕਹਿਣਾ ਮੁੱਖ ਮੰਤਰੀ ਦਾ ਕਿ ਜਦੋਂ ਮੰਗਾਂ ਮੰਨੀਆਂ ਗਈਆਂ ਤੇ ਫਿਰ ਕਿਉਂ ਅੰਦੋਲਨ, ਕਿਉਂ ਜਿਹੜੀਆਂ ਸੜਕਾਂ ਘੇਰੀਆਂ ਜਾ ਰਹੀਆਂ? ਉਹਨਾਂ ਨੇ ਕਿਹਾ ਕਿ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ। ਕਿਉਂ ਕਿਸਾਨਾਂ ਦੇ ਅੰਦਰ ਬੇਚੈਨੀ ਹੈ? ਜਗਤਾਰ ਜੀ, ਤੁਸੀਂ ਕਿਸਾਨੀ ਮੰਗਾਂ ਨੂੰ, ਅੰਦੋਲਨ ਨੂੰ ਬਹੁਤ ਬਰੀਕੀ ਨਾਲ ਲੰਬੇ ਸਮੇਂ ਤੋਂ ਜਾਣਦੇ ਹੋ, ਵਾਚਦੇ ਹੋ। ਕਿਉਂ ਅਜਿਹਾ ਵਰਤਾਰਾ ਜਿਹੜਾ ਹੈਗਾ ਪੰਜਾਬ 'ਚ ਇਸ ਵੇਲੇ ਵਾਪਰ ਰਿਹਾ, ਬੇਚੈਨੀ ਦੀ ਕੀ ਵਜ੍ਹਾ ਨਜ਼ਰ ਆ ਰਹੀ ਹੈ? ਸਿੱਧੂ ਸਾਹਿਬ, ਇਹ ਤਾਂ ਹੁਣ ਕਿਸਾਨ ਆਗੂ ਦੱਸਣਗੇ। ਮੈਂ ਤਾਂ ਇੱਕੋ ਹੀ ਸੰਖੇਪ ਵਿੱਚ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਸੰਖੇਪ ਦੇ ਵਿੱਚ ਤੇ ਸਪਸ਼ਟ ਤੌਰ ਤੇ ਟਰਾਂਸਪੇਰੈਂਟ ਤਰੀਕੇ ਨਾਲ ਦੱਸ ਦਿੱਤਾ ਆ, ਔਰ ਆਪਾਂ ਵੀ ਸਾਰਿਆਂ ਨੇ ਦੇਖਿਆ, ਤੁਸੀਂ ਮੀਡੀਆ ਕਰਮੀਆਂ ਨੇ ਵੀ ਸਾਰਾ ਕੁਝ ਦੇਖਿਆ ਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਕਿਸਾਨ ਆਗੂ ਮਿਲੇ ਆ, ਜਥੇਬੰਦੀਆਂ ਮਿਲੀਆਂ ਆ ਤੇ ਮੰਗਾਂ ਵੀ ਮੰਨੀਆਂ ਗਈਆਂ ਸੀਗੀਆਂ। ਉਸ ਤੋਂ ਬਾਅਦ ਫੇਰ ਧਰਨਾ ਸ਼ੁਰੂ ਹੋਇਆ ਸੰਗਰੂਰ। ਉਸ ਦੀ ਗੱਲ ਦਾ ਵੀ ਨਿਪਟਾਰਾ ਜਦੋਂ ਬਾਅਦ 'ਚ ਕੀਤਾ ਗਿਆ ਤਾਂ ਬਾਅਦ 'ਚ ਇਹ ਗੱਲ ਨਿਕਲੀ ਵੀ ਕਹਿੰਦੇ ਸੀ ਜੇ ਲਿਖਤੀ ਨਹੀਂ ਸੀ ਲਿਆ, ਇਸ ਕਰਕੇ ਲਿਖਤੀ ਲੈਣਾ। ਹੁਣ ਫਿਰ ਲਿਖਤੀ ਵੀ ਦੇ ਦਿੱਤਾ, ਉਹਨਾਂ ਮੰਗਾਂ ਨੂੰ ਲਾਗੂ ਕਰਨ ਦਾ ਵਰਤਾਰਾ ਵੀ ਸ਼ੁਰੂ ਹੋ ਗਿਆ ਤੇ ਫਿਰ ਹੁਣ ਧਰਨਾ ਸ਼ੁਰੂ ਹੋ ਗਿਆ। ਹੁਣ ਸਾਨੂੰ ਤਾਂ ਪਤਾ ਨਹੀਂ ਨਵੀਆਂ ਮੰਗਾਂ ਪੰਜਾਬ ਸਰਕਾਰ ਨਾਲ ਕਿਹੜੀਆਂ ਕ੍ਰੌਪ ਅਪ ਹੋਈਆਂ ਆ ਜਿਹੜੀਆਂ ਪੰਜਾਬ ਸਰਕਾਰ ਨੇ ਨਹੀਂ ਮੰਨੀਆਂ ਜਾਂ ਕਿਸ ਤਰ੍ਹਾਂ। ਬਾਕੀ ਇਹ ਗੱਲ ਸਹੀ ਹੈ ਕਿ ਜਦੋਂ ਵੀ ਆਪਾਂ ਮੰਗਾਂ ਮੰਨਦੇ ਹਾਂ, ਕੁਝ ਮੰਗਾਂ ਹੁੰਦੀਆਂ ਜਿਹੜੀਆਂ ਤੁਰੰਤ ਲਾਗੂ ਕੀਤੀਆਂ ਜਾ ਸਕਦੀਆਂ ਹੁੰਦੀਆਂ, ਕੁਛ ਨੂੰ ਥੋੜ੍ਹਾ ਬਹੁਤ ਟਾਈਮ ਲੱਗ ਜਾਂਦਾ ਆ। ਜਿਸ ਤਰ੍ਹਾਂ ਇਨਕਲੂਡਿੰਗ ਬਾਕੀ ਮੰਗਾਂ ਦੇ ਵੀ ਸ਼ਹੀਦ ਪਰਿਵਾਰਾਂ ਵਿੱਚੋਂ ਇੱਕ ਵਿਅਕਤੀ ਨੂੰ ਨੌਕਰੀ ਦੇਣੀ ਜਾਂ ਮੁਆਵਜ਼ਾ ਦੇਣਾ ਕਾਫੀ ਹੱਦ ਤੱਕ ਦਿੱਤੇ ਵੀ ਜਾ ਚੁੱਕੇ ਆ। ਬਾਕੀ ਵੀ ਪ੍ਰੋਸੀਜਰ ਚੱਲ ਰਿਹਾ, ਨਾਲੋਂ ਨਾਲ ਸਰਕਾਰ ਕਰ ਰਹੀ ਆ, ਔਰ ਬਾਕੀ ਵੀ ਸਾਰੀਆਂ ਹੀ ਮੰਗਾਂ। ਪਰ ਮੈਂ ਇੱਕ ਗੱਲ ਜ਼ਰੂਰ ਜ਼ੋਰ ਦੇ ਕੇ ਕਹਿਣਾ ਚਾਹੁੰਦਾ, ਜਿਹੜੇ ਕੇਂਦਰ ਨਾਲ ਮੰਗਾਂ ਆ ਉਹ ਜੈਵੰਤ ਸਿੰਘ ਜੀ ਉਹਦੇ ਬਾਰੇ ਜਵਾਬ ਦੇਣਗੇ। ਅਸੀਂ ਉਹ ਵੀ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਜਦੋਂ ਆਪਾਂ ਹਾਈਵੇ ਰੋਕ ਕੇ ਬਹਿ ਜਾਂਦੇ ਹਾਂ, ਮੁੱਖ ਰਸਤਾ ਰੋਕ ਕੇ ਬੈਠ ਜਾਂਦੇ ਹਾਂ ਤੇ ਆਪਣੀ ਜਿਹੜੀ ਗੱਲ ਆ ਉਹ ਉਸ ਤੋਂ ਬਿਨਾਂ ਹੀ ਮੰਨੀ ਜਾ ਰਹੀ ਆ। ਮੈਂ ਤਾਂ ਇਹ ਕਹਿਣਾ ਵੀ ਪਹਿਲੀ ਇਮਾਨਦਾਰ ਸਰਕਾਰ ਹੈ, ਪਹਿਲੇ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਆ ਵੀ ਬਿਨਾਂ ਧਰਨੇ ਤੋਂ, ਬਿਨਾਂ ਸਟ੍ਰਾਈਕ ਤੋਂ, ਬਿਨਾਂ ਗੱਲਬਾਤ ਤੋਂ ਅਸੀਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਆ, ਔਰ ਮੰਨੀਆਂ ਵੀ ਆ। ਫਾਰਮਰ ਫਰੈਂਡਲੀ ਸਰਕਾਰ ਹੈ ਸਹੀ ਅਰਥਾਂ ਦੇ ਵਿੱਚ। ਦਬਾਅ ਤਾਂ ਬਣਾਉਣ ਦੀ ਲੋੜ ਹੁੰਦੀ ਆ ਜੇ ਕੋਈ ਅੱਧ ਵਿਚਾਲਾ ਜਾ ਕਰੇ। ਅਸੀਂ ਤਾਂ ਪੁਰਾਣੀਆਂ ਸਰਕਾਰਾਂ ਦੇ ਗੰਨੇ ਦਾ ਬਕਾਇਆ ਤੇ ਹੋਰ ਸਾਰੇ ਬਕਾਏ ਵੀ ਕਾਫੀ ਹੱਦ ਤੱਕ ਕਲੀਅਰ ਕਰਤੇ ਆ, ਗੰਨੇ ਦੇ ਸਾਰੇ ਬਕਾਏ ਕਲੀਅਰ ਕਰਤੇ ਆ, ਔਰ ਨਵੇਂ ਸਿਰੇ ਤੋਂ ਮੂੰਗੀ ਦੀ ਵੀ ਅਸੀਂ MSP ਲਾਗੂ ਕੀਤੀ ਆ। ਜੇ ਕੋਈ ਤਰੁੱਟੀਆਂ ਰਹਿ ਗਈਆਂ ਉਹ ਵੀ ਦੂਰ ਕਰਨ ਲਈ ਵਚਨਬੱਧ ਆ। ਅਸੀਂ ਤਾਂ ਨਾ ਕਰਦੇ ਹੀ ਨਹੀਂ ਕਿਸੇ ਗੱਲ ਤੋਂ। ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦੇ ਮੂੰਹ ਤੇ ਨਾ ਹੈ ਹੀ ਨਹੀਂ ਕਿਸਾਨਾਂ ਲਈ। ਇਹ ਕਿਸਾਨੀ ਪ੍ਰਧਾਨ ਸੂਬਾ ਆ, ਕਿਸਾਨ ਫਰੈਂਡਲੀ ਸਰਕਾਰ ਆ। ਸਾਨੂੰ ਰਸਤੇ ਬੰਦ ਕਰਨ ਵੱਲ ਨੂੰ ਨਹੀਂ ਪੈਣਾ ਚਾਹੀਦਾ। ਪੰਜਾਬ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ। ਆਪਾਂ ਜਵਾਬ ਲੈ ਲਈਏ। ਗੁਰਮੀਤ ਜੀ, ਇਸ ਮਾਮਲੇ ਤੇ ਗੱਲ ਹੋ ਰਹੀ ਹੈ। ਪ੍ਰੋਫੈਸਰ ਸੰਘੇੜਾ ਦਾ ਕਹਿਣਾ ਕਿ ਜਦੋਂ ਮੁੱਖ ਮੰਤਰੀ ਕਿਸਾਨ ਮੰਗਾਂ ਤੇ ਨਾ ਕਰਦੇ ਹੀ ਨਹੀਂ, ਮੰਗਾਂ ਮੰਨੀਆਂ ਗਈਆਂ, ਦੋਸਤਾਨਾ ਸਰਕਾਰ ਹੈ, ਤੇ ਫਿਰ ਪੰਜਾਬ 'ਚ ਮੌਜੂਦਾ ਮਾਹੌਲ ਕਿਉਂ ਹੈ? ਕਹਿੰਦੇ ਪਰੇਸ਼ਾਨੀ ਹੁੰਦੀ ਹੈ ਆਮ ਲੋਕਾਂ ਨੂੰ ਅੰਦੋਲਨ ਦੇ ਨਾਲ। ਮਹਿਮਾ ਜੀ, ਵੇਖੋ ਜੀ ਜਗਤਾਰ ਜੀ, ਜਿਹੜਾ ਇਹ 6 ਤਰੀਕ ਨੂੰ ਸਾਡੀ ਜਥੇਬੰਦੀਆਂ ਵਾਲਾ ਮੀਟਿੰਗ ਹੋਈ ਸੀ, ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ, ਉਹਦੇ ਨਾਲ ਵੀ ਮੀਟਿੰਗ ਹੋਈ ਸੀ।
ਇਹ ਉਹਦਾ ਮੰਗ ਪੱਤਰ, ਇਹਦੇ 'ਚ ਲਗਭਗ ਕਹਿਣਾ ਹੋਵੇ ਤੇ ਇਹਦੇ 'ਚ ਅਸੀਂ 65 ਕੁ ਮੰਗਾਂ ਸੀ, ਜਿਹਦੇ 'ਚ ਸਾਡੇ 10 ਕੁ ਨੁਕਤੇ ਸੀ, ਮੁੱਖ ਨੁਕਤੇ ਜਿਹੜੀਆਂ ਉਹਦੀਆਂ ਮਿੰਨੀ ਮੰਗਾਂ ਸੀ। ਬਾਕੀ ਉਸ ਤੋਂ ਪਹਿਲਾਂ ਇੱਕ ਜਿਹੜਾ ਤੁਸੀਂ ਵੇਖ ਰਹੇ ਜੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਬਣਿਆ, ਜਿਹੜੇ ਸੰਯੁਕਤ ਕਿਸਾਨ ਮੋਰਚੇ ਜੋ ਜਗਜੀਤ ਸਿੰਘ ਡੱਲੇਵਾਲ ਰਿਹਾਰੀ ਅੱਡ ਹੋਏ ਨੇ, ਉਹਨਾਂ ਦੀ ਉਹ ਸਾਡੇ ਤੋਂ ਪਹਿਲਾਂ ਮੀਟਿੰਗ ਸੀ, ਉਹਨਾਂ ਦਾ ਕੋਈ ਮੰਗ ਪੱਤਰ 5-7 ਮੰਗਾਂ ਦਾ ਹੀ ਸੀ। ਤਾਂ ਉਹਦੇ 'ਚ ਜਿਹੜੀਆਂ ਮੁੱਖ ਮੰਗਾਂ ਸੀ, ਕਾਫੀ ਮੰਗਾਂ ਤੇ ਜਿਹੜੀ ਇਹ ਕਹਿ ਰਹੇ ਨੇ ਵੀ ਠੀਕ ਹੈ, ਹਾਂ ਅਸੀਂ ਇਹ ਕਰਾਂਗੇ ਹੱਲ, ਪਰ ਜਿਹੜਾ ਅੱਜ MSP ਦਿੱਤੀ, ਉਹਦੇ ਮੂੰਗੀ ਤੇ ਜਿਹੜਾ ਘਾਟਾ ਸੀ ਉਹ ਦਿੱਤਾ, ਜਿਹੜਾ ਸਿੱਧੀ ਬਿਜਾਈ ਵਾਲਾ ਸੀ ਉਹ ਪੈਸਾ ਦੇ ਦਿੱਤਾ ਗਿਆ ਹੈ। ਗੰਨੇ ਦੀ ਜਿਹੜੀਆਂ ਮਿੱਲਾਂ ਨੇ ਉਹ ਲਗਭਗ ਚਾਲੂ ਕਰਨ ਨਾਲ ਉਹ ਵੀ ਪਿਛਲੇ ਦਿਨੀ ਜਦੋਂ ਰੋਡ ਜਾਮ ਉਤਰੇ ਕਿਸਾਨ, ਤਾਂ ਜਾ ਕੇ ਉਹ ਮਿੱਲਾਂ ਚਾਲੂ ਕੀਤੀਆਂ, ਜਿਹੜੀ ਇਹਨਾਂ ਨੂੰ ਪਹਿਲਾਂ ਕਰਨੀਆਂ ਚਾਹੀਦੀਆਂ ਸੀ। ਹਾਲੇ ਵੀ ਕੁਝ ਮਿੱਲਾਂ ਨੇ ਜਿਹੜੀਆਂ ਉਹਨਾਂ ਦੀ ਰਿਪੇਅਰ ਖੜੀ ਹੋਈ ਏ। ਤਾਂ ਜੇ ਕਹਿਣਾ ਹੋਵੇ ਵੀ 1-2 ਮੰਗਾਂ ਜਿਹੜੀਆਂ ਮੰਨ ਕੇ ਬਾਕੀ ਜਿਹੜੀਆਂ ਲਾਗੂ ਕੀਤੀਆਂ ਨੇ, ਬਾਕੀ ਜਿਹੜੀਆਂ ਅਕਤੂਬਰ ਬੀਤ ਗਿਆ, ਆ ਨਵੰਬਰ 'ਚ ਅਸੀਂ ਬੈਠੇ ਆ, 1.5 ਮਹੀਨਾ ਹੋ ਗਿਆ, ਤਾਂ ਅਜੇ ਸਰਕਾਰ ਨੇ ਉਹਨੂੰ ਲਾਗੂ ਨਹੀਂ ਕਰ ਰਹੀ। ਜਿਹਦੇ 'ਚ ਜਿਹੜਾ ਦੂਜੀ ਗੱਲ ਇਹ ਆ ਵੀ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੀ ਧਾਰ ਅੰਦੋਲਨ ਦੀ ਤਿੱਖੀ ਕਰ ਰਹੇ ਆ ਸਿੱਧੀ ਕੇਂਦਰ ਵੱਲ ਨੂੰ, ਪਰ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਸਾਡੇ ਨਾਲ ਵਾਅਦੇ ਕਰਕੇ ਉਹਦੇ ਤੇ ਪੂਰਾ ਨਹੀਂ ਉਤਰ ਰਹੀ। ਤਾਂ ਜਿਹਦੇ ਤੋਂ ਜਿਹੜਾ ਤੁਸੀਂ ਵੇਖਿਆ ਕਿ ਵੱਡੀ ਮੰਗ ਜਿਹੜੀ ਇੱਕ ਪੰਜਾਬ ਦੀ ਬਣੀ ਹੋਈ ਹੈ ਕਿ ਆਬਾਦ ਕਾਰਨ ਜਿਹੜੇ ਉਹਨਾਂ ਨੇ ਕਿਸਾਨਾਂ ਜਿਹੜੇ ਨੇ ਉਹਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ ਲਗਭਗ ਵੱਡੀ ਗਿਣਤੀ 'ਚ ਨੇ ਪੰਜਾਬ 'ਚ। ਤਾਂ ਇਹਨਾਂ ਇੱਕ ਲੈ ਕੇ ਆਏ ਨੇ ਕਿ ਅਸੀਂ ਜਿਹੜਾ ਵੱਡੇ ਲੋਕਾਂ ਨੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੱਬੀਆਂ ਨੇ ਉਹਨਾਂ ਤੋਂ ਛਡਾਵਾਂਗੇ, ਪਰ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜਾ ਮੋਹਾਲੀ ਨੇੜੇ ਜਿੱਥੇ ਵੱਡਿਆਂ ਲੋਕਾਂ ਨੇ ਦੱਬੀਆਂ ਪੰਚਾਇਤੀ ਜ਼ਮੀਨਾਂ ਛਡਾਓ, ਪਰ ਜਿਹੜੇ ਆਬਾਦਕਾਰ ਕਿਸਾਨ ਨੇ ਜਿਨ੍ਹਾਂ ਨੇ ਜੁਮਲਾ ਮਾਲਕੀ, ਮੁਸ਼ਤੱਕਾ ਮਾਲਕੀ, ਹੋਰ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਉਹਦੀ ਕਿਸਮਾਂ ਮਾਲਕੀ ਦੀਆਂ ਜ਼ਮੀਨਾਂ ਦੀਆਂ, ਉਹ ਪਿਛਲੀ ਵਾਰੀ ਵੀ ਉਹਨਾਂ ਨੂੰ ਪਏ, ਅਸੀਂ ਵੱਡੀ ਗਿਣਤੀ 'ਚ ਇੱਧਰ ਫਿਰੋਜ਼ਪੁਰ 'ਚ, ਵੱਡੀ ਗਿਣਤੀ 'ਚ ਪਟਿਆਲੇ 'ਚ ਉਹ ਰੋਕੀਆਂ ਨੇ। ਤਾਂ ਉਹਦੇ ਤੇ ਹੁਣ ਇਹਨਾਂ ਕੀਤਾ ਕਿ ਨਵਾਂ ਰੂਪ ਲੈ ਕੇ ਆ ਗਏ ਨੇ ਕਿ ਜਿਹੜੀਆਂ ਉਹਨਾਂ ਜ਼ਮੀਨਾਂ ਦੀ ਮਾਲਕੀ ਹੋਈ ਇਹ ਦੇ ਰਹੇ ਨੇ, ਪੰਚਾਇਤੀ ਨਾਂ ਝਾੜ ਰਹੇ ਨੇ, ਜਦੋਂ ਉਹਦੇ ਤੇ ਇਹ ਦਲੀਲ ਨਹੀਂ ਸੀ। ਤਾਂ ਹੁਣ ਦੀ ਪੰਚਾਇਤ ਕਾਨੂੰਨ ਨਵਾਂ ਲਿਆ ਕਿ ਉਹਦੀ ਮਾਲਕੀ ਪੰਚਾਇਤਾਂ ਨੂੰ ਦੇਤੀ। ਤਾਂ ਹੁਣ ਫਿਰ ਪਟਿਆਲੇ 'ਚ ਇੱਕ ਦਿਨ ਗਏ ਨੇ 400 ਕਿੱਲਾ ਜ਼ਮੀਨ ਜਿਹੜੀ ਛਡਾਉਣ, ਜਿਹੜੇ ਹੈਗੇ ਨੇ ਆਬਾਦਕਾਰ ਕਿਸਾਨ ਨੇ। ਇੱਧਰ ਸਾਡੇ ਫਿਰੋਜ਼ਪੁਰ ਦੇ ਜਿਹੜਾ ਹਰੀਕੇ ਹੈੜੇ ਉਹਦੇ ਤੋਂ ਫਿਰੋਜ਼ਪੁਰ ਤੋਂ ਸੜਕ ਆਉਂਦੀ, ਉਹਦੇ ਉੱਤੇ ਜਿਹੜਾ ਹੈਗਾ ਆਪਣਾ ਸਤਲੁਜ, ਉਹਦੇ ਨੇੜੇ ਬਿਲਕੁਲ ਉੱਥੇ ਬੱਗੇ ਕੇ ਪਿੰਡ, ਉੱਥੇ ਇੱਕ ਦਿਨ ਪਹਿਲਾਂ ਵੀ ਪਏ ਨੇ, ਕੱਲ ਵੀ ਉੱਥੇ ਮੋਰਚਾ ਲੱਗਿਆ ਹੋਇਆ ਸੀ ਕਿ ਜ਼ਮੀਨ ਆ ਛੱਡੋ, ਜਿਹੜੇ ਆਬਾਦਕਾਰਾਂ ਦੀ ਜ਼ਮੀਨ ਖੋ ਰਹੇ ਨੇ। ਜਦ ਕਿ ਜਿਹੜੀ ਮੋਹਾਲੀ ਨੇੜੇ ਜਾਂ ਇਹਨਾਂ ਦੇ ਵੱਡੇ ਅਫਸਰਾਂ ਨੇ ਜਾਂ ਦੂਜੀਆਂ ਪਾਰਟੀਆਂ ਦੇ ਵੱਡੇ ਅਫਸਰਾਂ ਨੇ ਜਾਂ ਸਰਕਾਰ ਦੇ ਵਿੱਚ ਜਿਹੜੇ ਬੈਠੇ ਨੇ ਜਿਹੜੇ ਵੱਡੇ ਅਫਸਰ ਨੇ, ਉਹਨਾਂ ਨੇ ਜ਼ਮੀਨ ਜਿਹੜੀ ਦੱਬੀ ਹੋਈ ਉਧਰ ਨੂੰ ਇਹ ਮੂੰਹ ਨਹੀਂ ਕਰ ਰਹੇ। ਉਹਦੇ ਖਿਲਾਫ ਵੀ ਬਾਕੀ ਜਿਹੜੀ ਮੰਗਾਂ ਨੇ ਉਹਦੇ 'ਚ ਜਿਹੜੀਆਂ ਡੱਲੇਵਾਲ ਦੀਆਂ ਮੰਗਾਂ ਸੀ, ਉਹਦੇ 'ਚ ਵੀ 10 ਕੁ ਮੰਗਾਂ ਸੀ, ਉਹਨਾਂ ਦਾ ਮੰਗ ਪੱਤਰ ਵੀ ਜਿਹੜਾ ਪੜਿਆ ਸੀ, ਉਹਦੇ 'ਚ ਵੀ ਜਿਹੜਾ ਵਾਅਦਾ ਕੀਤਾ ਉਹ ਕੋਈ ਵੀ 1-2 ਮੰਨ ਕੇ, ਬਾਕੀ ਤੇ ਲਗਾਤਾਰ ਲਾਰਾ ਰੱਪਾ ਚੱਲ ਰਿਹਾ। ਔਰ ਅੱਗ ਵੀ ਜਿਹੜੀ ਸੀਗੀ ਅੱਗ ਤੇ ਇਹਨਾਂ ਵਾਅਦਾ ਕੀਤਾ ਸੀ ਸਾਡੇ ਨਾਲ ਵੀ, ਉਹਨਾਂ ਨਾਲ ਵੀ ਕੀਤਾ ਸੀ ਕਿ ਤੁਸੀਂ ਕਿਸਾਨਾਂ ਨੂੰ ਨਾ ਕਹੋ ਵੀ ਅੱਗ ਲਾਉਣ, ਅਸੀਂ ਇਸ ਵਾਅਦੇ ਤੇ ਪੂਰੇ ਉਤਰਿਆ ਵੀ ਅਸੀਂ ਕਿਸਾਨਾਂ ਨੂੰ ਨਹੀਂ ਕਿਹਾ ਵੀ ਅੱਗ ਲਾਓ, ਅਸੀਂ ਕਿਹਾ ਕਿਸਾਨਾਂ ਨੂੰ ਵੀ ਜਿੰਦੇ ਤੋਂ ਭਾਈ ਸਭ ਦੀ ਜਿਵੇਂ ਸਭ, ਤੇ ਇਹਦਾ ਹੱਲ ਸਰਕਾਰ ਕੋਲ ਨਹੀਂ, ਆਪਣੇ ਕੋਲ ਨਹੀਂ, ਜਿੰਨੀ ਘੱਟ ਤੋਂ ਘੱਟ ਅੱਗ ਲੱਗਦੀ ਉਹ ਨਾ ਸਰਦੀ ਨੂੰ ਲਾਓ। ਪਰ ਸਰਕਾਰ ਨੇ ਕੀ ਕੀਤਾ ਵੀ ਕੋਈ ਪ੍ਰਬੰਧ ਹੀ ਨਹੀਂ ਦਿੱਤਾ। ਉਹ ਜਿੰਨੀ ਲੋਕਾਂ ਨੇ ਮਸ਼ੀਨਾਂ ਲਈਆਂ ਨੇ, ਸਰਕਾਰ ਕੋਲੇ ਕੋਈ ਪ੍ਰਬੰਧ ਨਹੀਂ। ਤਾਂ ਉਲਟਾ ਲਾਸਟ 'ਚ ਆ ਕੇ ਜਦੋਂ ਕਿਸਾਨ ਵੀ ਅੱਗ ਨਹੀਂ ਲਾ ਰਹੇ ਸੀ, ਉਦੋਂ ਬਾਅਦ ਇਹਦਾ ਕੀਤਾ ਕਿ ਅਸੀਂ ਜੀ ਨਹੀਂ ਹੋਣੇ ਲਾਲ ਇੰਟਰੀਆਂ ਕਰਦੇ। ਦੇਖੋ ਜੀ ਇੱਕ ਮਿੰਟ ਜਿਹੜਾ ਮੇਰਾ ਨੁਕਤਾ ਰਹਿ ਗਿਆ ਜੀ, ਪਰ ਉਹ ਪਰਾਲੀ ਵਾਲੇ ਮਸਲੇ ਤੇ ਵੀ ਵੱਡੀ ਗਿਣਤੀ 'ਚ ਲੋਕਾਂ ਤੇ ਜਿਹੜਾ ਵਾਅਦਾ ਕਰਕੇ ਵੀ ਅਸੀਂ ਪਰਚੇ ਨਹੀਂ ਕਰਦੇ, ਲਾਲ ਐਂਟਰੀਆਂ ਨਹੀਂ ਕਰਦੇ, ਉਹ ਵੀ ਵੱਡੀ ਗਿਣਤੀ 'ਚ ਕੀਤੀਆਂ ਜਾ ਰਹੀਆਂ ਨੇ। ਤਾਂ ਕਹਿਣਾ ਹੋਵੇ ਵੀ 100 ਚੋਂ 1% ਜਿਹੜਾ ਉਹ ਹੱਲ ਕੀਤਾ, ਬਾਕੀ 99% ਜਿਹੜਾ ਸਾਡਾ ਬਿਲਕੁਲ ਆਪਾਂ ਜਵਾਬ ਵੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਆਪਾਂ ਜਵਾਬ ਵੀ ਲੈਣੇ ਆ। ਜੈਵੰਤ ਜੀ ਨਾ ਤੁਹਾਡੇ ਵੱਲ ਜਿਹੜਾ ਬਲਦੇਵ ਜੀ ਕਿਸਾਨ ਆਗੂ, ਆਪਾਂ ਉਹਨਾਂ ਦੀ ਰਾਏ ਵੀ ਲੈ ਲਈਏ। ਬਲਦੇਵ ਜੀ ਇਸ ਮੁੱਦੇ ਤੇ ਸਵਾਲ ਖੜੇ ਹੋ ਰਿਹਾ, ਦੇਖੋ ਕਿਸਾਨ ਆਗੂ ਦਾ ਜਿਹੜੇ ਤੁਹਾਡੇ ਸਾਥੀ ਉਹਨਾਂ ਦਾ ਕਹਿਣਾ ਕਿ 99-100 ਚੋਂ 1 ਮੰਗ ਪੂਰੀ ਹੋਈ, 99 ਮੰਗਾਂ ਅਜੇ ਉੱਦਾਂ ਦੀਆਂ ਉੱਦਾਂ ਖੜੀਆਂ। ਤੇ ਕੇਂਦਰ ਦੇ ਬਾਰੇ ਵੀ ਉਹਨਾਂ ਨੇ ਸਵਾਲ ਉਠਾਏ ਹੈ। ਕੱਲ੍ਹ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਦਿੱਲੀ ਦਾ ਉਹ ਦਿਨ ਵੀ ਚੇਤੇ ਕੀਤਾ ਜਾਏਗਾ। ਪੰਜਾਬ ਦੇ ਵਿੱਚ ਤੁਸੀਂ ਕਿਹਾ ਸੱਦਾ ਦਿੱਤਾ ਕਿ ਹਰ ਬਨੇਰੇ ਦੇ ਉੱਤੇ ਦੀਵੇ ਜਗਣਗੇ ਦਿੱਲੀ ਮੋਰਚੇ ਦੀ ਯਾਦ ਵਿੱਚ। ਆਪਾਂ ਉਹਦੇ ਬਾਰੇ ਜੈਵੰਤ ਜੀ ਨਾਲ ਗੱਲ ਕਰਾਂਗੇ, ਪਰ ਪੰਜਾਬ ਦੇ ਮੁੱਦੇ ਤੇ ਬਲਦੇਵ ਜੀ ਤੁਸੀਂ ਕਿਵੇਂ ਦੇਖਦੇ ਹੋ? ਇੱਕ ਸਵਾਲ ਮੈਂ ਇਹ ਵੀ ਲੈਣਾ ਚਾਹਾਂਗਾ, ਜਿੱਦਾਂ ਮਹਿਮਾ ਜੀ ਨੇ ਕਿਹਾ ਕਿ ਪਰਾਲੀ ਦੀ ਗੱਲ ਕਰਦੇ ਹੋ, ਮਸ਼ੀਨਰੀ ਜਿਹੜੀ ਲੈ ਕੇ ਦਿੱਤੀ ਹੈ ਉਹ ਕਹਿੰਦੇ ਹੇਠਾਂ ਇਸਤੇਮਾਲ ਨਹੀਂ ਹੁੰਦੀ,
ਸਰਕਾਰਾਂ ਦੇ ਆਪਣੀ ਪਲੈਨਿੰਗ ਯੋਜਨਾ ਹੁੰਦੀ ਹੈ। ਬਿਜਲੀ ਪੈਦਾ ਕਰਨ ਦੀ, ਪਰਾਲੀ ਦੀ ਗੱਲ ਸੀ, ਗੰਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੀ ਗੱਲ ਸੀ। ਪੰਜਾਬ 'ਚ ਘੱਟੋ ਘੱਟ 5-7 ਥਾਵਾਂ ਇਹੋ ਜਿਹੀਆਂ ਮੇਰੀ ਜਾਣਕਾਰੀ ਮੁਤਾਬਕ ਜਿੱਥੇ ਉਹ ਬਿਜਲੀ ਜਿਹੜੀ ਪੈਦਾ ਕਰਨ ਦੀ ਜਿਹੜੀ ਮਸ਼ੀਨਰੀ ਲਿਆਂਦੀ ਸੀ ਉਹ ਇਸ ਵੇਲੇ ਢਹਿ ਢੇਰੀ ਹੋਈ ਪਈ ਆ, ਜੰਗਾਲ ਲੱਗ ਗਿਆ। ਪਰ ਦੂਜੇ ਪਾਸੇ ਜਿਹੜਾ ਹੈਗਾ ਅਸੀਂ ਹੋਰ ਪਾਸੇ ਜਿਹੜਾ ਖਰਚੇ ਵਧਾਈ ਜਾਂਦੇ ਹਾਂ। ਕਿਵੇਂ ਦੇਖਦੇ ਹੋ? ਪਹਿਲਾਂ ਪੰਜਾਬ ਸਰਕਾਰ ਦੇ ਮੁੱਦੇ ਤੇ ਨੁਕਤੇ ਤੇ ਮੈਂ ਬਲਦੇਵ ਜੀ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ ਜੀ। ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਮੁੱਖ ਮੰਤਰੀ ਕਹਿੰਦਾ ਹੈ ਕਿ ਕਿਉਂ ਕਰ ਰਹੇ ਹੋ ਸਾਰਾ ਕੁਝ ਜਦੋਂ ਮੰਗਾਂ ਮੰਨੀਆਂ ਜਾ ਚੁੱਕੀਆਂ। ਜੀ ਬਲਦੇਵ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜੀ। ਦੇਖੋ, ਜਿਹੜਾ ਧਰਨੇ ਲਾਉਣੇ ਆ ਜਾਂ ਲੜਾਈ ਲੜਨੀ ਆ, ਇਹਦਾ ਨਾ ਮਤਲਬ ਕੋਈ ਸ਼ੌਂਕ ਨਹੀਂ ਹੁੰਦਾ ਜੀ, ਲੋੜ ਪੈਂਦੀ ਆ ਲੜਾਈ ਲੜਨ ਦੀ ਜੀ। ਕਿਸਾਨ ਇੰਨੇ ਵਿਹਲੇ ਨਹੀਂ ਹੈਗੇ, ਕੱਤੇ ਦੀ ਰੁੱਤ ਆ ਕਿ ਉਹ ਸੜਕਾਂ ਤੇ ਆ ਜਾਣ। ਜਦੋਂ ਕੋਈ ਸਮੱਸਿਆ ਕ੍ਰੀਏਟ ਹੁੰਦੀ ਆ, ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ, ਤਾਂ ਸਾਨੂੰ ਸੜਕਾਂ ਦੇ ਉੱਤੇ ਜਾਣਾ ਪੈਂਦਾ। ਸੰਘੇੜਾ ਸਾਹਿਬ ਜੀ ਸਤਿਕਾਰਯੋਗ ਨੇ ਕਹਿੰਦੇ ਵੀ ਸਾਰੀਆਂ ਮੰਗਾਂ ਫਰੈਂਡਲੀ ਕਿਸਾਨਾਂ ਨਾਲ ਅਸੀਂ ਜਿਹੜਾ ਹੈਗਾ ਕਰ ਰਹੇ ਹਾਂ, ਪਰ ਜੋ ਜਿਹੜਾ ਪਰਾਲੀ ਵਾਲਾ ਮੁੱਦਾ ਜੀ, ਪਰਾਲੀ ਵਾਲੇ ਮੁੱਦੇ ਤੇ ਇਹਨਾਂ ਦੇ ਜਿਹੜਾ ਮੰਤਰੀ ਆ ਉਹਨੇ ਕਹਿੰਦਾ ਵੀ ਇੱਕ ਨਵੀਂ ਜੰਗ ਸ਼ੁਰੂ ਹੋਊਗੀ, ਇੱਕ ਨਵੀਂ ਜੰਗ ਅਸੀਂ ਲੜਨ ਜਾ ਰਹੇ ਹਾਂ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਕਿਸਾਨਾਂ ਨਾਲ ਜੰਗ ਲੜੋਗੇ, ਸਾਡਾ ਕੋਈ ਸ਼ੌਂਕ ਨਹੀਂ ਵੀ ਅਸੀਂ ਪਰਾਲੀ ਨੂੰ ਅੱਗ ਲਾਈਏ। ਠੀਕ। ਪਰ ਜਿੰਨਾ ਮਤਲਬ ਪ੍ਰਚਾਰ ਕੀਤਾ ਗਿਆ, ਉਨੀ ਜਿਹੜੀ ਮਸ਼ੀਨਰੀ ਆ ਉਹ ਥੱਲੇ ਨਹੀਂ ਆਈ, ਚਾਹੇ ਉਹ ਸੁਪਰ ਸੀਡਰ ਆ, ਚਾਹੇ ਉਹ ਹੈਪੀ ਸੀਡਰ ਨੇ। ਉਹ ਜਿਹੜੀ ਸਬਸਿਡੀ ਆ ਅਸਲ ਦੇ ਵਿੱਚ ਜਿਹੜੀਆਂ ਕੰਪਨੀਆਂ, ਜਿਹੜੇ ਕਾਰਖਾਨੇ ਆ, ਉਹਨਾਂ ਨੂੰ ਜਾ ਰਹੀ ਆ। ਲੋਕਾਂ ਐਤੀ ਕਿਸਾਨਾਂ 'ਚ ਵੱਡੀ ਗੱਲ ਅਸੀਂ ਵੀ ਇਹ ਲੈ ਕੇ ਗਏ ਵੀ ਚਲੋ ਜਿੰਨਾ ਧੂਏ ਤੋਂ ਬਚਤ ਹੋ ਜਾਏ ਉਨੀ ਕਰਨੀ ਚਾਹੀਦੀ ਆ। ਤਾਂ ਜਿਹੜੇ ਇਹਨਾਂ ਦੇ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਇਹ ਮਸ਼ੀਨਾਂ ਸੁਪਰ ਸੀਡਰ ਵਗੈਰਾ ਆਏ ਤਾਂ ਉੱਥੇ ਲਾਈਨਾਂ ਲੱਗ ਗਈਆਂ ਲੋਕਾਂ ਦੀਆਂ, ਉਹ ਮਿਲੇ ਨਾ ਜੀ ਕਿਸੇ ਨੂੰ। ਤੇ ਮਤਲਬ ਮਜਬੂਰੀ ਬਸ ਜਿਹੜਾ ਸੀਗਾ ਪਰਾਲੀ ਨੂੰ ਅੱਗ ਲਾਉਣਾ ਪਿਆ। ਇਹ ਕਹਿੰਦੇ ਅਸੀਂ ਜੰਗ ਬਲਦੇਵ ਜੀ, ਇੱਕ ਸਵਾਲ ਤੁਹਾਡੇ ਤੋਂ ਲੈਣਾ, ਤੁਸੀਂ ਸੁਪਰ ਸੀਡਰ ਦੀ ਗੱਲ ਕਰ ਰਹੇ ਹੋ, ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀ ਮਸ਼ੀਨਰੀ ਆਈ ਹੈ, ਸੁਪਰ ਸੀਡਰ ਹੈ ਜਾਂ ਦੂਜੇ ਜਿਹੜੇ ਵਾਹੀਯੋਗ ਸੰਦ ਹੈਗੇ ਆ, ਉਹ ਇੰਨੇ ਵੱਡੇ ਹੈਗੇ ਆ ਕਿ ਆਮ ਟਰੈਕਟਰ ਜਾਂ ਸਧਾਰਨ ਕਿਸਾਨ ਤਾਂ ਉਹਨੂੰ ਇਸਤੇਮਾਲ ਹੀ ਨਹੀਂ ਕਰ ਸਕਦਾ। ਇਸ ਕਰਕੇ ਕਈਆਂ ਨੇ ਲੈ ਕੇ ਅੱਗੇ ਵੇਚਤੇ, ਕਈਆਂ ਨੇ ਕੁਝ ਹੋਰ ਢੰਗ ਤਰੀਕੇ ਅਪਣਾ ਲਏ। ਉਹ ਸਰਕਾਰ ਦੀ ਜਿਹੜੀ ਸਕੀਮ ਹੈ ਹੇਠਾਂ ਲਾਗੂ ਨਹੀਂ ਹੋਈ ਜਿਵੇਂ ਸਰਕਾਰ ਦਾਅਵਾ ਕਰ ਰਹੀ ਸੀ। ਦੇਖੋ ਜੀ, 65 ਹਾਰਸ ਪਾਵਰ ਦਾ ਟਰੈਕਟਰ ਘੱਟੋ ਘੱਟ ਚਾਹੀਦਾ ਉਹਦੇ ਵਾਸਤੇ ਜੀ। 10 ਕੁਆਂਟਲ ਤੋਂ ਘੱਟੋ ਘੱਟ ਉਹਦਾ ਵਜਨ ਆ ਜੀ। ਉਹਨੂੰ ਨਵਾਂ ਟਰੈਕਟਰ 65-70 ਹਾਰਸ ਪਾਵਰ ਦਾ ਜਿਹੜਾ ਹੈਗਾ ਉਹਦੇ ਤੇ ਚੱਲੂਗਾ। ਸਾਡੇ ਕੋਲੇ ਜਿਹੜੇ 2 ਕਿੱਲੇ ਵਾਲੇ 2.5 ਕਿੱਲੇ ਵਾਲੇ ਕਿਸਾਨ ਆ, ਉਹਨਾਂ ਕੋਲ ਤਾਂ 35 ਹਾਰਸ ਪਾਵਰ ਦੇ ਟਰੈਕਟਰ ਆ। ਉਹਨਾਂ ਨੂੰ ਉਹ ਮਿਲ ਨਹੀਂ ਰਹੇ। ਅਸਲ ਜਿਹਨਾਂ ਨੂੰ ਸੱਚੀ ਹੀ ਲੋੜ ਆ, ਜਿਨ੍ਹਾਂ ਦੀ, ਉਹਨਾਂ ਨੂੰ ਨਹੀਂ ਮਿਲ ਰਹੇ। ਉਹੀ ਮਤਲਬ ਜਿਹੜੀ ਮਜਬੂਰੀ ਬਸ ਅੱਗ ਲਾਉਣ, ਜਿਹੜੀ ਅੱਗ ਲਾਉਂਦੇ ਆ। ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਇਹ ਸਬਸਿਡੀਆਂ ਉਹ ਸਿੱਧੀਆਂ ਕਿਸਾਨਾਂ ਨੂੰ ਦਿਓ। ਜਿਵੇਂ ਅਸੀਂ 200 ਰੁਪਇਆ ਕੁਇੰਟਲ ਦਾ ਮੰਗਿਆ ਸੀਗਾ ਜੀ, ਜਾਂ 6000 ਰੁਪਇਆ ਕਿੱਲੇ ਦਾ ਦੇ ਦਿਓ। ਅਸੀਂ ਪਰਾਲੀ ਦਾ ਆਪੇ ਹਿਸਾਬ ਕਿਤਾਬ ਕਰ ਲਾਂਗੇ। ਪਰ ਉਹ ਭਗਵੰਤ ਮਾਨ ਜੀ ਨੇ ਕਹਿੰਦੇ 500 ਰੁਪਇਆ ਅਸੀਂ ਦਿੰਦੇ ਆ, 500 ਦਿੱਲੀ ਸਰਕਾਰ ਦੇ ਦੂਗੀ, 1500 ਰੁਪਇਆ ਕੇਂਦਰ ਸਰਕਾਰ ਪਾਵੇ। ਕੇਂਦਰ ਸਰਕਾਰ ਨੇ ਜਵਾਬ ਦੇਤਾ। ਬਲਦੇਵ ਜੀ, ਸਵਾਲ ਅੱਗੇ ਵੀ ਦੇਖੋ, ਗੱਲ ਜਿਹੜੀ ਹੈਗੀ ਹੈ, ਮੈਂ ਜੈਵਾਨ ਜੀ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ, ਪਰ ਮੁੱਖ ਮੰਤਰੀ ਨੇ ਜਿਹੜੀ ਪ੍ਰੈਸ ਕਾਨਫਰੰਸ ਕਹਿੰਦੇ ਗੰਨੇ ਦਾ ਬਕਾਇਆ ਅਸੀਂ ਦਿੱਤਾ, ਮੂੰਗੀ ਦਾ ਜਿਹੜਾ ਵਿਚਕਾਰ ਘਾਟਾ ਵਾਧਾ ਸੀਗਾ MSP ਤੋਂ ਉਹ ਅਸੀਂ ਦਿੱਤਾ। ਇੱਦਾਂ ਹੀ ਜਿਹੜੇ ਕਿਸਾਨ ਮੋਰਚੇ ਤੋਂ ਸ਼ਹਾਦਤਾਂ ਹੋਈਆਂ, ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੀ ਗੱਲ ਹੈ, 5 ਲੱਖ ਰੁਪਇਆ ਦੇਣ ਦੀ ਗੱਲ ਹੈ, ਉਹ ਸਾਰੇ ਪੈਸੇ ਕਹਿੰਦੇ ਦਿੱਤੇ ਦੇ ਬਾਵਜੂਦ ਵੀ ਕਿਸਾਨ ਕਹਿ ਰਹੇ ਕਿ ਅਸੀਂ ਕੁਝ ਨਹੀਂ ਕੀਤਾ। ਉਹਨਾਂ ਸਿੱਧੂ ਸਾਹਿਬ ਉਹਨਾਂ ਗੱਲਾਂ ਤੇ ਜਿਹੜੇ ਹੈਗੇ ਆ, ਨਹੀਂ ਜਿਹੜੇ ਸੜਕ ਤੇ ਜਾਮ ਲੱਗਦੇ ਆ, ਨਹੀਂ ਲੱਗਦੇ। ਮਹਿਮਾ ਸਾਹਿਬ ਨੇ ਕਿਹਾ ਵੀ ਜਿਹੜੇ ਆਬਾਦਕਾਰ ਵਾਲੀਆਂ ਜ਼ਮੀਨਾਂ ਜਿਹੜੀਆਂ ਜੀ, ਜਿਹੜੇ ਪਟਿਆਲੇ ਦਾ ਜ਼ਿਕਰ ਕੀਤਾ 2015 ਦੇ ਵਿੱਚ ਜਦੋਂ ਕਾਲੀਆਂ ਦੀ ਸਰਕਾਰ ਸੀਗੀ, ਉਦੋਂ ਇਹਨਾਂ ਨੇ ਹਰਿਆਊ ਪਿੰਡ ਦੇ ਨੇੜੇ ਤੇੜੇ ਜਿੰਨੇ ਕਿਸਾਨ ਸੀ ਉਹਨਾਂ ਦੀਆਂ ਮਤਲਬ ਇੰਨਾ ਬੁਰਾ ਹਾਲ ਕੀਤਾ, ਮੋਟਰਾਂ ਉਹਨਾਂ ਦੀਆਂ ਵਿੱਚ ਸਿੱਟਤੀਆਂ, ਘਰ ਢਾਤੇ, ਘਰੋਂ ਬੇਘਰ ਕਰਤੇ ਉਹ। ਫਿਰ ਅਸੀਂ ਗਏ ਜਾ ਕੇ ਦੂਸਰੇ ਦਿਨ ਸਾਡੇ ਕਿਸਾਨਾਂ ਨੂੰ ਫੜ ਕੇ ਉਹਨਾਂ ਤੇ ਪਰਚੇ ਦਰਜ ਦੇ ਕਰਕੇ ਅੰਦਰ ਭੇਜਤੇ, ਜਿਹੜੇ ਸਾਡੇ ਪਟਿਆਲੇ ਜ਼ਿਲ੍ਹੇ ਵਾਲੇ ਆਗੂ ਸੀ ਜੀ। ਉਹਦੇ ਤੇ ਜਦੋਜਹਿਦ ਕਰਨੀ ਪਈ। ਆਬਾਦ ਕੀਤੀ ਆ ਜ਼ਮੀਨ, ਜਿਹੜੇ ਬੀਆਬਾਨ ਸੀ, ਜੰਗਲ ਸੀ, ਜਿੱਥੇ ਉੱਥੇ ਜ਼ਮੀਨ ਆਬਾਦ ਕਰ ਲਈ। ਅੱਜ ਕਹਿੰਦੇ ਉਹ ਜ਼ਮੀਨਾਂ ਪੰਚਾਇਤਾਂ ਦੀਆਂ, ਤੁਸੀਂ ਇੱਥੋਂ ਉੱਠ ਜਾਓ। ਆਪਾਂ ਜਵਾਬ ਲੈਣੇ ਆ ਬਲਦੇਵ ਜੀ। ਸਰਕਾਰ ਜਿਹੜੇ ਰਾਹ ਤੇ ਬਲਦੇਵ ਜੀ ਪਿਛਲੇ ਰਾਹ ਤੇ,
ਜੀ ਸਰਕਾਰ ਤੁਰੀ ਸੀ ਉਸੇ ਰਾਹ ਇਹ ਸਰਕਾਰ ਤੁਰ ਪਈ ਆ। ਅਸੀਂ ਕਹਿੰਦੇ ਆ ਵੀ ਠੀਕ ਆ, ਇਹ ਮੋਹਾਲੀ ਦੇ ਵਿੱਚ ਪਈਆਂ, ਜੀਰਕਪੁਰ ਦੇ ਵਿੱਚ ਪਈਆਂ ਜਿਹੜੀਆਂ ਵੱਡੇ ਧਨਾਡਾਂ ਕੋਲੇ ਆ, ਉਹ ਖੋਲੋ ਸਾਰੀਆਂ, ਖੋ ਕੇ ਜਿਹੜਾ ਪੰਜਾਬ ਸਿਰ ਕਰਜ਼ਾ ਚੜਿਆ ਹੋਇਆ ਉਹਦਾ ਕੋਈ ਨਾ ਕੋਈ ਤੁਹਾਡੀ ਗੱਲ ਆ ਗਈ ਬਲਦੇਵ ਜੀ, ਬਿਲਕੁਲ। ਮੈਂ ਫਿਰ ਆਪਾਂ ਮੌਕਾ ਦਿੰਦੇ ਹਾਂ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਜਵਾਬ ਇਸ ਮੁੱਦੇ ਤੇ ਚਰਚਾ ਕਰਨੀ ਹੈ। ਜੈਵਰ ਸਿੰਘ ਜੀ, ਇਸ ਮਾਮਲੇ ਤੇ ਕੇਂਦਰ ਦੀ ਗੱਲ ਤਾਂ ਆਈ ਹੈ, ਆਪਾਂ ਕੇਂਦਰ ਦੇ ਮੁੱਦੇ ਤੇ ਵੀ ਗੱਲ ਕਰਦੇ ਹਾਂ। ਪਰ ਜੋ ਕੁਝ ਪੰਜਾਬ 'ਚ ਵਰਤਾਰਾ ਹੈ, ਕਿਸਾਨ ਆਗੂਆਂ ਦੇ ਕਮੈਂਟ ਤੁਸੀਂ ਸੁਣੇ ਹੈ, ਉਹ ਕਹਿੰਦੀ ਜਿਹੜੀਆਂ ਗੱਲਾਂ ਦੇ ਉੱਤੇ ਸਹਿਮਤੀ ਹੋਈ ਸੀ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਸਾਡੀ ਮਜਬੂਰੀ ਹੈ, ਇਸ ਕਰਕੇ ਅਸੀਂ ਸੜਕਾਂ ਤੇ ਉਤਰੇ ਹਾਂ। ਕਿਵੇਂ ਦੇਖਦੇ ਹਾਂ ਸਥਿਤੀ ਨੂੰ ਜੈਵਰ ਸਿੰਘ ਜੀ? ਪੁਰਾਣਾ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਫਾਰਮ ਵੈਜੀਟੇਸ਼ਨ ਚੱਲ ਰਹੀ ਸੀਗੀ ਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲੇ ਐਕਚੁਅਲੀ ਫਾਰਮ ਲਾਜ਼ ਇੰਪਲੀਮੈਂਟ ਕੀਤੇ ਸੀਗੇ, ਪਰ ਫਿਰ ਪਲਟਾ ਖਾ ਕੇ ਆਮ ਆਦਮੀ ਇੱਕ ਬੜੀ ਮੈਸਿਵ, ਬਹੁਤ ਹੀ ਵੱਡੀ ਇੱਕ ਉਹ ਕੀਤੀ ਸੀਗੀ ਮੀਡੀਆ ਕੈਂਪੇਨ ਤੇ ਵਿਚ ਹੰਟ ਸਾਡੇ ਖਿਲਾਫ, ਬੀਜੇਪੀ ਦੇ ਖਿਲਾਫ। ਤੇ ਉਦੋਂ ਇਹਨਾਂ ਨੂੰ ਬਹੁਤ ਵਾਅਦੇ ਦਿੱਤੇ ਸੀਗੇ ਕਿਸਾਨਾਂ ਨੂੰ ਕਿ ਅਸੀਂ ਸਾਰਾ ਕੁਝ ਹੀ ਠੀਕ ਕਰ ਦੇਵਾਂਗੇ, ਤੇ ਉਹਨਾਂ ਵਾਅਦਿਆਂ ਦੇ ਬਾਅਦ ਫਿਰ ਉਹਨਾਂ ਦੀ ਬਹੁਤ ਵੱਡੀ ਬਹੁਮਤ ਲੈ ਕੇ ਸਰਕਾਰ ਵੀ ਆ ਗਈ ਹੈ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਦੇਖੋ ਸਰਕਾਰ ਆ ਗਈ ਹੈ, ਕੁਝ ਸਿਰਫ ਕਿਸਾਨ ਹੀ ਨਹੀਂ ਬੈਠੇ ਹੋਏ ਰਸਤੇ 'ਚ। ਮਾਨ ਸਾਹਿਬ ਨੇ ਕਿਹਾ ਸੀਗਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕਦੀ ਵੀ ਕੋਈ ਵੀ ਸਟ੍ਰਾਈਕ ਨਹੀਂ ਹੋਏਗੀ, ਕੋਈ ਵੀ ਬੰਦਾ ਸੜਕ ਤੇ ਨਹੀਂ ਬੈਠੇਗਾ। ਕਿਸਾਨ ਬੈਠੇ ਨੇ, ਆਂਗਨਵਾੜੀ ਬੈਠੇ ਨੇ, ਟਰਾਂਸਪੋਰਟ ਵਾਲੇ ਬੈਠੇ ਹੋਏ ਨੇ, ਟੀਚਰਸ ਬੈਠੇ ਹੋਏ ਨੇ, ਸਾਰੇ ਹੀ ਤੇ ਸੜਕਾਂ ਦੇ ਉੱਤੇ ਨੇ। ਹੁਣੇ ਹੀ ਮੈਂ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਸੀ, ਅੱਧੇ ਰਸਤੇ 'ਚ ਬੜੀ ਮੁਸ਼ਕਲ ਦੇ ਨਾਲ ਵਾਪਸ ਮੁੜ ਕੇ ਆ ਗਿਆ। ਹੁਣ ਤੁਸੀਂ ਸੋਚੋ ਮੇਰਾ ਕਿੰਨਾ ਕੁ ਵੱਡਾ ਕੰਮ ਹੋਏਗਾ ਜਿਹੜਾ ਕਿ ਰਹਿ ਗਿਆ ਉੱਥੇ, ਤੇ ਮੇਰੇ ਵਰਗੇ ਲੱਖਾਂ ਲੋਕ ਨੇ ਜੋ ਕਿ ਇਸ ਤਰੀਕੇ ਨਾਲ ਸਫ਼ਰ ਕਰ ਰਹੇ ਨੇ। ਤੇ ਮਾਨ ਸਾਹਿਬ ਦਾ ਮੈਂ ਕਹਾਂਗਾ ਕਿ ਉਹ ਕਹਿ ਤੇ ਰਹੇ ਨੇ ਕਿ ਕਿਸੇ ਚੀਜ਼ ਨੂੰ ਨਾ ਨਹੀਂ ਕਰਦੇ, ਸੰਗੇਰਾ ਸਾਹਿਬ ਨੇ ਕਿਹਾ ਹੈ, ਪਰ ਉਹ ਕੁਝ ਕਰਦੇ ਵੀ ਨਹੀਂ। ਤੇ ਬੇਸਿਕਲੀ ਗੱਲ ਤੇ ਇਹ ਹੈ ਕਿ ਉਹ ਕਰਦੇ ਇਸ ਵਾਸਤੇ ਨਹੀਂ ਕਿਉਂਕਿ ਉਹਨਾਂ ਕੋਲ ਸ਼ਮਤਾ ਨਹੀਂ ਹੈ ਕਰਨ ਦੀ। ਸਾਰਿਆਂ ਨੂੰ ਪਤਾ ਸੀਗਾ ਕਿ ਕੀ ਪ੍ਰੋਬਲਮਸ ਹੈਗੀਆਂ ਨੇ ਪੰਜਾਬ ਦੇ ਵਿੱਚ। ਏਡੇ ਵੱਡੇ ਵੱਡੇ ਵਾਅਦੇ ਦੇਣੇ ਨਹੀਂ ਸੀ ਚਾਹੀਦੇ ਇਹਨਾਂ ਨੂੰ, ਤੇ ਇਹ ਵਾਅਦੇ ਜਿਹੜੇ ਨੇ ਇਹਨਾਂ ਕੋਲੋਂ ਪੂਰੇ ਨਹੀਂ ਹੋਣੇ। ਤੇ ਇਸ ਵਾਸਤੇ ਮੈਂ ਤੇ ਕਹਿਣਾ, ਜੇ ਮੇਰੇ ਕਿਸਾਨ ਭਰਾ ਇੱਥੇ ਬੈਠੇ ਹੋਏ ਨੇ ਯੂਨੀਅਨ ਲੀਡਰਸ, ਮੈਂ ਉਹਨਾਂ ਨੂੰ ਕਹਿਣਾ ਕਿ ਹੁਣ ਸਬਰ ਹੀ ਕਰ ਲੈਣ 5 ਸਾਲ ਵਾਸਤੇ, ਤੇ ਜਾਂ ਫਿਰ ਇਹਨਾਂ ਦੀ ਕੌਨਸ਼ੀਅਸ ਜਾਗ ਜਾਏ ਆਮ ਆਦਮੀ ਪਾਰਟੀ ਦੀ, ਤੇ ਇਹ ਕਹਿ ਦੇਣ ਕਿ ਬਈ ਸਾਡੇ ਕੋਲੋਂ ਤੇ ਸੰਭਾਲਿਆ ਨਹੀਂ ਜਾਂਦਾ ਤੇ ਕੋਈ ਹੋਰ ਹੀ ਆ ਜਾਏ ਇੱਥੇ ਸਾਡੇ ਵਾਸਤੇ ਕਰਨ ਨੂੰ। ਅਦਰਵਾਈਜ਼ ਇੱਥੇ ਪੰਜਾਬ ਦੇ ਵਿੱਚ ਕੋਈ ਚੀਜ਼ ਠੀਕ ਹੋਣ ਵਾਲਾ ਮੈਨੂੰ ਤੇ ਐਸਾ ਕੋਈ ਮਾਹੌਲ ਨਜ਼ਰ ਨਹੀਂ ਆਉਂਦਾ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣ। ਇਹਨਾਂ ਨੂੰ ਅਸੀਂ ਖੁਦ ਹੀ ਲੈ ਕੇ ਆਏ ਹਾਂ, ਤੇ ਇਹ 92 MLAs ਇਹਨਾਂ ਦੇ ਹੈਗੇ ਨੇ। ਹੁਣ ਤੇ ਸਾਨੂੰ ਸਬਰ ਕਰਨਾ ਚਾਹੀਦਾ ਹੈ। ਤੇ ਇਸ ਵਾਸਤੇ ਮੈਂ ਪੰਜਾਬ ਦੇ ਯੂਨੀਅਨ ਲੀਡਰਸ ਨੂੰ ਇਹ ਕਹਾਂਗਾ ਕਿ ਘੱਟ ਤੋਂ ਘੱਟ ਲੋਕਾਂ ਨੂੰ ਤੇ ਅਸੀਂ ਥੋੜਾ ਜਿਹਾ ਬਖਸ਼ ਦਈਏ ਤੇ ਕੁਝ ਐਸਾ ਕਰੀਏ ਜਿਹਦੇ ਨਾਲ ਸਰਕਾਰ ਦੇ ਉੱਤੇ ਥੋੜਾ ਪ੍ਰੈਸ਼ਰ ਪਏ। ਹੁਣ ਇਸ ਵੇਲੇ ਤੇ ਸਾਰਾ ਪ੍ਰੈਸ਼ਰ ਜਿਹੜਾ ਹੈਗਾ ਲੋਕਾਂ ਦੇ ਉੱਤੇ ਹੈਗਾ, ਤੇ ਲੋਕਾਂ ਦੀ ਤੇ ਇਹਨਾਂ ਨੇ ਸੁਣਨੀ ਨਹੀਂ। ਇਹ ਤੇ ਮਜ਼ੇ ਨਾਲ ਉੱਥੇ ਸਰਕਾਰ ਦੇ ਵਿੱਚ ਬੈਠੇ ਹੋਏ ਨੇ, ਕੋਈ ਇਹਨਾਂ ਨੂੰ ਕੁਝ ਕਹਿ ਨਹੀਂ ਸਕਦਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਬਾਰੇ ਸੋਚਣਾ ਪਏਗਾ। ਇਹ ਅਸੀਂ ਕੀਤਾ, ਸਾਨੂੰ ਹੀ ਭੁਗਤਣਾ ਪਏਗਾ। ਜੀ, ਆਪਾਂ ਜਵਾਬ ਲੈਣੇ ਆ ਪ੍ਰੋਫੈਸਰ ਸੰਘੇੜਾ। ਜਿਸ ਮਾਮਲੇ ਤੇ ਤੁਸੀਂ ਕਿਸਾਨ ਆਗੂਆਂ ਦੇ ਕਮੈਂਟ ਵੀ ਸੁਣੇ ਹੈ, ਮਹਿਮਾ ਜੀ ਦਾ, ਬਲਦੇਵ ਜੀ ਦਾ, ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੰਗਾਂ ਦੇ ਬਾਰੇ ਸਹਿਮਤੀ ਬਣੀ, ਲਾਗੂ ਨਹੀਂ ਕੀਤਾ ਗਿਆ, ਕੁਝ ਮੰਗਾਂ ਮੰਨੀਆਂ ਗਈਆਂ। ਇਹ ਵੀ ਕਿਹਾ ਮਹਿਮਾ ਜੀ ਨੇ ਤਾਂ ਕਿ ਜੇ 100 ਦੀ ਆਪਾਂ ਗੱਲ ਕਰਦੇ ਹਾਂ, 99 ਮੰਗਾਂ ਅਜੇ ਵੀ ਪੈਂਡਿੰਗ ਹੈ। ਭਾਜਪਾ ਬੁਲਾਰੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਅੰਦੋਲਨ ਚੱਲਦਾ ਸੀ ਦਿੱਲੀ ਦੀਆਂ ਬਰੂਹਾਂ ਤੇ, ਤਾਂ ਆਪਾਂ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਬੜੀ ਹਮਾਇਤ ਕਰਦੇ ਸੀ ਆਪ ਵਾਲੇ, ਤੇ ਹੁਣ ਜਿਹੜਾ ਹੈਗਾ ਉਲਟਬਾਜੀ ਮਾਰੀ। ਆਪਾਂ ਕਹਿ ਰਹੇ ਹਾਂ ਕਿ ਕਿਉਂ ਅੰਦੋਲਨ ਹੋ ਰਿਹਾ। ਪਹਿਲਾਂ ਆਪਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਉਹਨਾਂ ਵਾਅਦਿਆਂ ਦੀ ਪੂਰਤੀ ਨਹੀਂ ਹੁੰਦੀ, ਤਾਂ ਕਹਿੰਦੇ ਪਰੇਸ਼ਾਨੀ ਲੋਕਾਂ ਦੀ ਆ, ਆਪਾਂ ਤਾਂ ਸਰਕਾਰ 'ਚ ਬੈਠੇ ਹਾਂ। ਕੋਈ ਦੇਖੋ, ਜਿਹੜੀ ਗੱਲ ਕਿਸਾਨ ਮੰਗਾਂ ਦੀ ਪੂਰਤੀ ਦੀ ਆ, ਅਸੀਂ ਇਕੱਲੇ ਵਾਅਦੇ ਹੀ ਨਹੀਂ ਕਰ ਰਹੇ, ਨਾਲੋਂ ਨਾਲ ਪੂਰਤੀ ਵੀ ਕਰ ਰਹੇ ਹਾਂ। ਬਕਾਇਦਾ ਤੌਰ ਤੇ ਮੂੰਗੀ ਦੀ MSP ਡਿਕਲੇਅਰ ਕੀਤੀ ਆ। ਅਸੀਂ ਕਿਹਾ ਸੀ ਹੌਲੀ ਹੌਲੀ ਅਸੀਂ MSP ਦੇ ਦਾਇਰੇ 'ਚ ਫਸਲਾਂ ਲਿਆਵਾਂਗੇ, ਔਰ ਇਹ ਪਹਿਲੀ ਵਾਰੀ ਹੋਇਆ ਵੀ ਕਿਸੇ ਸੂਬੇ ਨੇ MSP ਡਿਕਲੇਅਰ ਕੀਤੀ। ਇਸ ਤੋਂ ਅੱਗੇ ਵੀ ਅਸੀਂ ਤੁਰਾਂਗੇ, ਔਰ ਦੂਸਰੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਵੀ ਸਾਰੀਆਂ ਪੂਰੀਆਂ ਕੀਤੀਆਂ। ਕਿਸਾਨ ਆਗੂਆਂ ਨੇ ਵੀ ਮੰਨਿਆ ਆ ਵੀ ਕਈ ਮੰਗਾਂ ਪੂਰੀਆਂ ਹੋਈਆਂ ਆ, ਕਈਆਂ 'ਚ ਅਜੇ ਇੰਪਲੀਮੈਂਟ ਕਰਨ ਵਾਲੀਆਂ ਰਹਿੰਦੀਆਂ। ਇੱਦਾਂ ਨਹੀਂ ਹੈ ਜਿਸ ਤਰ੍ਹਾਂ ਜੈਵੰਤ ਸਿੰਘ ਜੀ ਕਹਿ ਰਹੇ ਆ ਵੀ ਬਿਲਕੁਲ ਹੀ ਨਹੀਂ ਹੈ। ਬਾਕੀ ਜਿਹੜਾ ਅਸੀਂ ਕਿਸਾਨਾਂ ਦੇ ਹੱਕ 'ਚ ਸੀਗੇ, ਅਸੀਂ ਸੀਗੇ ਨੰਗੇ ਚਿੱਟੇ ਸੀਗੇ, ਅੱਜ ਵੀ ਕਿਸਾਨਾਂ ਦੇ ਹੱਕ 'ਚ ਹਾਂ। ਅੱਜ ਵੀ ਮੈਂ ਦਾਅਵਾ ਕਰਦਾ ਕਿ ਕਿਸਾਨ ਫਰੈਂਡਲੀ ਸਰਕਾਰ ਹੈ। ਅੱਜ ਵੀ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਮੰਗਾਂ ਨੂੰ ਲਾਗੂ ਕਰਨ ਲਈ ਥੋੜਾ ਬਹੁਤ ਟਾਈਮ ਲੱਗਦਾ ਹੁੰਦਾ, ਨਾਲੋਂ ਨਾਲ ਮਤਲਬ ਉਹ ਵੀ ਹੋਣਗੀਆਂ ਸਾਰੀਆਂ। ਰਹੀ ਗੱਲ ਜ਼ਮੀਨਾਂ ਦੀ, ਸੰਘੇੜਾ ਜੀ ਗੁੱਸਾ ਕਿਸਾਨਾਂ ਦਾ ਹੁਣ ਗੁੱਸਾ ਇਸ ਗੱਲ ਦਾ ਹੈ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਕਿਸਾਨਾਂ ਨੇ ਤੁਹਾਡੀ ਗੱਲ ਮੰਨ ਲਈ, ਤੁਹਾਨੂੰ 92 MLA ਦੇ ਦਿੱਤੇ, ਪਰ ਹੁਣ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹਦੇ ਤੇ ਤੁਸੀਂ ਇਕੱਲੀਆਂ ਗੱਲਾਂ ਕਰ ਰਹੇ ਜੇ, ਕਰ ਕੁਛ ਨਹੀਂ ਰਹੇ।
ਬਸ ਬਿਆਨ ਦੇਣ ਚ ਵੀ ਅੱਜ ਕਰਤਾ ਪਰ ਇੰਪਲੀਮੈਂਟ ਉਹਦੇ ਥੱਲੇ ਧਰਤੀ ਤੇ ਕੁਝ ਨਹੀਂ ਦਿਸ ਰਿਹਾ। ਦੇਖੋ ਜੀ, ਇਹ ਜਿਹੜੀਆਂ ਵੀ ਚੀਜ਼ਾਂ ਅਸੀਂ ਲਾਗੂ ਕਰ ਰਹੇ ਹਾਂ, ਤੁਸੀਂ ਸਾਨੂੰ ਸਾਰੇ ਲੋਕਾਂ ਨੇ, ਸਾਰੇ ਪੰਜਾਬੀਆਂ ਨੇ 5 ਸਾਲ ਦਾ ਸਮਾਂ ਦਿੱਤਾ ਆ, ਅਜੇ ਸਿਰਫ 7 ਮਹੀਨੇ ਹੋਏ ਆ। ਤੁਸੀਂ 1 on 1 ਸਾਡੇ ਜਿਹੜੇ ਵੀ ਮਰਜ਼ੀ ਆਗੂ ਨਾਲ ਤੁਸੀਂ ਗੱਲ ਕਰ ਲਓ ਕਿ ਕਿੰਨੀਆਂ ਚੀਜ਼ਾਂ ਅਸੀਂ ਲਾਗੂ ਕਰ ਚੁੱਕੇ ਹਾਂ, ਕਿੰਨੀਆਂ ਚੀਜ਼ਾਂ ਜਿਹੜੀਆਂ ਪਾਈਪਲਾਈਨ 'ਚ ਦਿਲੋਂ ਕੀਤੀਆਂ। ਦੂਜੀ ਸਰਕਾਰ ਨੇ 5 ਸਾਲ 'ਚ ਵੀ ਇੰਨਾ ਕੀਤਾ ਹੋਵੇ ਤਾਂ ਤੁਸੀਂ ਕਹਿ ਦਿਓ ਪੁਰਾਣੀ ਸਰਕਾਰ, ਕਾਂਗਰਸ ਦੀ ਸਰਕਾਰ, ਜਿਹਦੇ ਵਿੱਚ ਖੁਦ ਕਾਂਗਰਸ ਨੇ 4.5 ਸਾਲ ਬਾਅਦ ਆਪਣਾ ਮੁੱਖ ਮੰਤਰੀ ਕੱਢ ਹੀ ਦਿੱਤਾ ਸੀਗਾ, ਉਸ ਮੰਤਰੀ ਦੇ ਮੂੰਹ 'ਚ ਲੱਡੂ ਪਾਉਂਦੇ ਸੀ, ਉਹਨੇ ਸਿਰਫ ਐਲਾਨ ਹੀ ਕੀਤਾ ਸੀ, ਕਿਸਾਨ ਆਗੂਆਂ ਨੇ ਉਹਨਾਂ ਨੂੰ ਲੱਡੂ ਖਿਲਾਏ। ਤੇ ਸਾਡੀ ਨੁਕਤਾਚੀਨੀ ਹੋ ਰਹੀ ਆ। ਅਸੀਂ ਤਾਂ ਸਾਰੀਆਂ ਮੰਗਾਂ ਨੂੰ ਦਿਲੋਂ ਲਾਗੂ ਕਰ ਰਹੇ ਹਾਂ, ਔਰ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਵੀ ਪਹਿਲਾਂ ਕੀਤੀਆਂ ਵੀ ਆ ਤੇ ਕਰ ਵੀ ਰਹੇ ਹਾਂ। ਰਹੀ ਗੱਲ ਜਿਹੜੀ ਜੈਬੰਦ ਸਿੰਘ ਜੀ ਕਰ ਰਹੇ ਨੇ, ਜੈਬੰਦ ਸਿੰਘ ਦੇ ਮੁੱਦੇ ਤੇ ਜ਼ਰੂਰ ਗੱਲ ਕਰੀਏ ਆਪਾਂ। ਪਹਿਲਾਂ ਕਿਸਾਨਾਂ ਦੇ ਬਾਰੇ ਜਿਹੜੀ ਗੱਲ, ਮੈਂ ਉਹੀ ਕਹਿਣਾ ਇੱਕ ਜਗਤਾਰ ਜੀ ਦੇਖੋ, ਉਹਨਾਂ ਨੇ ਜਿਹੜਾ ਗੱਲ ਕੀਤੀ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜਾ ਨਵਾਂ ਸਿਸਟਮ ਆਪਾਂ ਲਿਆ ਰਹੇ ਹਾਂ, ਜਿਹੜੀਆਂ ਕਿਸਾਨਾਂ ਦੀਆਂ ਕਾਸ਼ਤਕਾਰਾਂ ਦੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਪੰਚਾਇਤਾਂ ਦੇ ਹਵਾਲੇ ਕੀਤਾ ਜਾ ਰਿਹਾ। ਜਿਹੜੀ ਮਸ਼ੀਨਰੀ ਆਪਾਂ ਕਹਿ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਆਪਾਂ ਪਰਾਲੀ ਨੂੰ ਅੱਗਾਂ ਨਾ ਲਾਂਘਿਆ ਜਾਣ, ਉਹ ਐਡੀ ਹੈਵੀ ਮਸ਼ੀਨਰੀ ਹੈ ਜਿਹੜੀ ਆਮ ਕਿਸਾਨ ਨਾ ਤਾਂ ਖਰੀਦ ਸਕਦਾ, ਨਾ ਉਹਦੇ ਕੋਲ ਟਰੈਕਟਰ, ਨਾ ਸੰਦ ਸਾਧਨ ਹੈ। ਸਾਹਿਬ ਪਹਿਲੀ ਗੱਲ ਤਾਂ ਸੀ ਉਹ ਲਾਗੂ ਨਹੀਂ ਕੀਤਾ। ਜਿਹੜੀਆਂ ਜ਼ਮੀਨਾਂ ਦੀ ਗੱਲ ਹੈ ਨਾ ਜੀ, ਪੰਚਾਇਤਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ, ਉਹ ਇਦਾਂ ਨਹੀਂ ਹੈ ਕਿ ਕਿਸਾਨ ਦੀ ਜ਼ਮੀਨ ਆ ਤੇ ਅਸੀਂ ਕਿਸਾਨਾਂ ਤੋਂ ਖੋਹ ਕੇ ਪੰਚਾਇਤ ਦੇ ਹਵਾਲੇ ਕਰ ਰਹੇ ਹਾਂ। ਇਦਾਂ ਕੋਈ ਨਹੀਂ ਕਰ ਸਕਦਾ। ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ। ਕਿਸਾਨ ਆਗੂਆਂ ਨੇ ਵੀ ਨਹੀਂ ਕਿਹਾ ਕਿ ਮਲਕੀਅਤ ਆ ਕਿਸਾਨਾਂ ਦੀ, ਠੀਕ ਆ, ਆਬਾਦ ਕੀਤੀਆਂ ਜ਼ਮੀਨਾਂ। ਤੇ ਬਾਕੀ ਇਹ ਆ ਵੀ ਬਹੁਤ ਸਾਰੀਆਂ ਪੰਚਾਇਤੀ ਜ਼ਮੀਨਾਂ ਸੀ ਜਿਹੜੀਆਂ ਦੱਬੀਆਂ ਹੋਈਆਂ ਸੀਗੀਆਂ, ਜਾਂ ਕੋਈ ਜਾਇਜ਼ ਬਾਰਿਆ ਜਾਂ ਨਜਾਇਜ਼ ਬਾਰਿਆ, ਜਾਂ ਕਈ ਉੱਦਾਂ ਹੀ ਮਲ ਕੇ ਬੈਠੇ ਸੀਗੇ ਵੱਡੇ ਘਰਾਣੇ, ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਵੀ ਮੰਨਿਆ ਆ। ਜਦੋਂ ਕੋਈ ਵੀ ਕਾਨੂੰਨ ਆ, ਕਾਨੂੰਨ ਤਾਂ ਸਾਰਿਆਂ ਲਈ ਇੱਕ ਹੈ ਨਾ। ਜੇ ਉਹਦੇ ਵਿੱਚ ਕਿਤੇ ਪ੍ਰੋਬਲਮ ਆ ਰਹੀ ਆ, ਕੋਈ ਛੋਟਾ ਕਾਸ਼ਤਕਾਰ ਜਿਹੜਾ ਉਹ ਡਿਜ਼ਰਵਿੰਗ ਆ ਜਾਂ ਉਹਨਾਂ ਦੀ ਹੈਗੀ ਆ, ਤਾਂ ਖੇਤੀ ਮੰਤਰੀ ਸਾਹਿਬ ਨੂੰ ਉਸ ਗੱਲ ਨਾਲ ਸੀਰੀਜ਼ ਆਫ ਮੀਟਿੰਗ ਚੱਲਣਗੀਆਂ, ਜਿੱਥੇ ਕਿਤੇ ਵੀ ਵਾਜਬ ਹੋਏਗੀ ਗੱਲ ਉਹ ਮੰਨੀ ਜਾਏਗੀ। ਅਸੀਂ ਇਸ ਗੱਲ ਤੋਂ, ਜੋ ਤੁਸੀਂ ਜੈਬੰਦ ਸਿੰਘ ਦੀ ਗੱਲ ਕਰਦੇ ਆ, ਉਹ ਕਹਿੰਦੇ ਕਿ ਮੁੱਖ ਮੰਤਰੀ ਗੱਲਾਂ ਕਰਦੇ ਆ, ਪ੍ਰੈਕਟੀਕਲ ਤੌਰ ਤੇ ਕਹਿੰਦੇ ਸਾਰੇ ਜਾਣਦੇ ਆ ਕਿ ਕਰਦੇ ਕੁਝ ਨਹੀਂ ਹੈ, ਇਹ ਕਿਹਾ ਜੈਬੰਦ ਸਿੰਘ। ਨਹੀਂ, ਮੈਂ ਪ੍ਰੈਕਟੀਕਲੀ ਸਿੱਧੂ ਸਾਹਿਬ ਦੱਸੀਆਂ ਕਾਫੀ ਗੱਲਾਂ ਜਿਹੜੀਆਂ ਅਸੀਂ ਲਾਗੂ ਕਰਤੀਆਂ। ਦੇਖੋ, ਪ੍ਰੈਕਟੀਕਲੀ ਜੈਬੰਦ ਸਿੰਘ ਜੀ ਨੂੰ ਇਹ ਨਹੀਂ ਗੱਲ ਕਹਿਣਾ ਚਾਹੀਦਾ। ਅਸੀਂ ਵਾਅਦਾ ਕੀਤਾ ਸੀ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ। ਜੈਬੰਦ ਸਿੰਘ ਜੀ ਹੁਣਾਂ ਦਾ ਇੱਕ ਵੱਡਾ ਆਗੂ ਜਿਹੜਾ ਪਹਿਲਾਂ ਕਾਂਗਰਸੀ ਮੰਤਰੀ ਹੁੰਦਾ ਸੀਗਾ, ਉਹ 50 ਲੱਖ ਲੈ ਕੇ ਆ ਗਿਆ ਦੇ ਦਫ਼ਤਰ 'ਚ। ਜਗਤਾਰ ਜੀ, ਭ੍ਰਿਸ਼ਟਾਚਾਰ ਤੇ ਤੁਹਾਡਾ ਉਹਦੀ ਆਵਾਜ਼ ਆਡੀਓ ਐਲ ਹੋ ਗਈ ਹੈ। ਨਹੀਂ, ਹੁਣ ਮੈਂ ਨਹੀਂ ਤੁਹਾਡੀ ਗੱਲ 'ਚ ਬੋਲਿਆ ਜੀ, ਮੈਨੂੰ ਕੰਪਲੀਟ ਕਰ ਲੈਣ ਦਿਓ, ਫਿਰ ਮੇਰੀ ਗੱਲ ਰਹਿ ਜਾਣੀ ਹੈ, ਕਿਉਂਕਿ ਤੁਸੀਂ 3 ਜਣੇ ਹੋ, ਮੈਂ ਇਕੱਲਾ ਹਾਂ ਜੀ। ਤੇ ਅਸੀਂ ਉਸ ਮੰਤਰੀ ਨੂੰ, ਵਿਜੀਲੈਂਸ ਦੇ ਅਫਸਰਾਂ ਨੇ ਕਿਹਾ ਕਿ ਮੰਤਰੀ ਸਾਹਿਬ ਲੰਘਿਆ ਲੈ ਆਓ ਬੈਗ ਵੀ ਅੰਦਰ ਹੀ, ਪਰ ਇਹ ਰਿਸ਼ਵਤ ਖਾਤੇ 'ਚ ਨਹੀਂ ਜਾਏਗਾ, ਸਰਕਾਰ 'ਚ ਜਾਏਗਾ। ਤੇ ਉਹਨਾਂ ਨੂੰ ਬੁੱਕ ਕਰ ਲਿਆ, ਨਾ ਕਰਾਉਣਾ ਚਾਹੁੰਦੇ ਸੀ, ਕਾਰਵਾਈ ਕੀਤੀ ਹੈ ਨਾ ਭ੍ਰਿਸ਼ਟਾਚਾਰ ਤੇ। ਸਿੰਗੜਾ ਜੀ, ਆਪਾਂ ਉਸ ਪਾਸੇ ਵੱਲ ਨਹੀਂ, ਫਿਰ ਮੈਂ ਦੱਸਣਾ ਹੀ ਆ ਜਿਹੜੀਆਂ ਮੈਂ ਜੈਬੰਦ ਸਿੰਘ ਜੀ ਦਾ ਮੈਂ ਜਵਾਬ ਦੇ ਰਿਹਾ। ਸਿੱਧੂ ਸਾਹਿਬ, ਜੈਬੰਦ ਸਿੰਘ ਜੀ ਦਾ ਜਵਾਬ ਦੇ ਰਿਹਾ ਮੈਂ ਜੀ। ਹਾਂਜੀ, ਨਹੀਂ ਮੇਰੀ ਤਾਂ ਵਾਰੀ ਗਈ ਨਾ, ਫਿਰ ਆਏਗੀ ਜੀ, ਆਏਗੀ ਵਾਰੀ, ਤੁਹਾਡੀ ਵੀ ਆਏਗੀ। ਮਹਿਮਾ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ? ਮਹਿਸੂਸ ਕਰ ਲਾ ਕੇ ਮੈਂ ਇਹ ਕਹਿ ਰਿਹਾ ਵੀ ਅਸੀਂ 2 ਕਿਸਾਨ ਆਗੂ ਆ, ਬਾਕੀ ਤੁਸੀਂ 2 ਜਣੇ ਹੋ, 2 ਹੀ ਆ, ਅਸੀਂ 3 ਨਹੀਂ ਹੈਗੇ, ਅਸੀਂ 2 ਹੀ ਆ ਕਿਸਾਨ ਆਗੂ। ਚਲੋ ਗੱਲ ਕਲੀਅਰ ਹੋ ਗਈ। ਪਾਰਟੀਆਂ ਦੇ ਆਗੂ ਉਸ ਤਰ੍ਹਾਂ ਜੇ ਤੁਸੀਂ ਦੇਖੋ, ਜਦੋਂ ਬੀਜੇਪੀ ਵੀ ਸਾਡਾ ਵਿਰੋਧ ਕਰਦੀ ਹੈ ਤਾਂ ਤੁਸੀਂ 3 ਹੋ ਗਏ, ਮੇਰੇ ਨਾਲ ਵੀ ਤੁਸੀਂ 3 ਹੋ, ਮੈਂ ਵੀ ਤੁਹਾਡੇ ਨਾਲ ਹੀ ਆ, ਉਸ ਤਰ੍ਹਾਂ ਵੀ ਤੁਸੀਂ 3 ਹੋ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਰਕਾਰ ਵੀ ਤੁਹਾਡੀ ਆ, ਸਰਕਾਰ ਤੁਹਾਡੇ ਨਾਲ ਹੈ, ਭਗਵੰਤ ਮਾਨ ਸਾਹਿਬ ਤੁਹਾਡੇ ਨਾਲ ਨੇ, ਤੁਹਾਡੇ ਹੀ ਮੁੱਖ ਮੰਤਰੀ ਨੇ। ਅਸੀਂ ਡਿਬੇਟ ਤੇ ਆਏ ਆ, ਅਸੀਂ ਕਿਸੇ ਦੀ ਹਮਾਇਤ ਕਰਨੀ ਆਏ। ਅਸੀਂ ਕਿਹੜਾ ਵੋਟ ਮੰਗ ਰਹੇ ਆ ਇਸ ਵੇਲੇ? ਅਸੀਂ ਵੀ ਇਹੀ ਕਹਿ ਰਹੇ ਆ ਕਿ ਅਸੀਂ ਤੁਹਾਡੀ ਹਮਾਇਤ ਕਰਦੇ ਆ। ਤੁਸੀਂ ਨਹੀਂ, ਲੜਾਈ ਲੜੋ ਜੀ, ਲੜਾਈ ਲੜਨ ਤੋਂ ਕੋਈ ਨਹੀਂ ਰੋਕਦਾ, ਸੰਵਿਧਾਨ 'ਚ ਹੱਕ ਦਿੱਤਾ ਆ। ਪਰ ਮੈਂ ਕਹਿੰਦਾ ਅਸੀਂ ਵੀ ਤੁਹਾਡੇ ਨਾਲ ਆ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਤੁਹਾਡੇ ਨਾਲ ਨੇ, ਸਾਨੂੰ ਥੋੜੀ ਤੁਸੀਂ ਰੋਕ ਸਕਦੇ ਹੋ ਤੁਹਾਡੇ ਨਾਲ ਹੋਣ ਤੋਂ। ਇਸ ਕਰਕੇ ਬਹੁਤ ਸੋਹਣਾ ਉਹਨਾਂ ਦਾ ਸਵਾਗਤ ਕੀਤਾ, ਬਹੁਤ ਲਿਪਾ-ਪੋਚੀ ਕੀਤੀ ਹੈ। ਤੁਸੀਂ ਲਿਪਾ-ਪੋਚੀ ਕਰਨੀ ਨਹੀਂ ਦਿੱਤੀ, ਜਿਹੜੀਆਂ ਸਹੀ ਗੱਲਾਂ ਉਹ ਵੀ ਨਹੀਂ ਦੱਸਣ ਦਿੱਤੀਆਂ। ਤੁਸੀਂ ਮੈਨੂੰ ਸਹੀ ਗੱਲਾਂ ਵੀ ਨਹੀਂ ਦੱਸਣ ਦਿੰਦੇ, ਲਿਪਾ-ਪੋਚੀ ਦੀ ਤਾਂ ਮਤਲਬ ਹੀ ਨਹੀਂ ਕੋਈ। ਨਹੀਂ, ਤੁਸੀਂ ਸਾਡੇ ਤੇ ਗਲਤ ਅਟੈਕ ਨਾ ਕਰੋ। ਨਹੀਂ, ਮੈਂ ਨਹੀਂ ਗਲਤ ਅਟੈਕ ਕਰ ਰਿਹਾ, ਮੈਂ ਸਾਰਾ ਨਹੀਂ ਗਲਤ ਅਟੈਕ ਨਹੀਂ ਕਰ ਰਿਹਾ। ਬਾਕੀ ਜਿਹੜੇ ਅਸੂਲਨ ਗੱਲ ਹੈਗੀ ਆ, ਅਸੀਂ ਸਭ ਨਾਲੋਂ ਵੱਧ ਮੰਗਾਂ ਮੰਨੀਆਂ, ਮੁੱਖ ਮੰਤਰੀ ਸਾਹਿਬ ਨੇ ਸਭ ਤੋਂ ਵੱਧ ਮੰਗਾਂ ਮੰਨੀਆਂ, ਜਿਹੜੀਆਂ ਰਹਿ ਗਈਆਂ
ਜਾਂ ਕੋਈ ਕਿਤੇ ਹੋਰ ਨਵੀਆਂ ਪੈਦਾ ਹੋ ਗਈਆਂ, ਉਹਨਾਂ ਲਈ ਵੀ ਸੁਣਨ ਨੂੰ ਤਿਆਰ ਨੇ ਸਾਰੇ। ਆਪਾਂ ਨੂੰ ਜਿਹੜਾ ਉਹ ਡੈਡਲੌਕ ਵਾਲੀ ਸਥਿਤੀ ਨਹੀਂ ਹੈ, ਮੈਂ ਸੰਖੇਪ ਚ ਕਹੂੰਗਾ। ਬਾਕੀ ਜਿਹੜੀ ਜੈਵੰਤ ਸਿੰਘ ਜੀ ਦਾ ਮੈਂ ਜਵਾਬ ਤਾਂ ਦੇ ਦੇਵਾਂ। ਬਿਜਲੀ ਦਾ ਅਸੀਂ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ। ਸ਼ਹੀਦ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ, ਉਹ ਪੂਰਾ ਕੀਤਾ। ਲਗਾਤਾਰ ਰੁਜ਼ਗਾਰ ਦੇ ਰਹੇ ਆ ਬੱਚਿਆਂ ਨੂੰ। ਤੁਸੀਂ ਦੱਸੋ ਕਿਹੜਾ ਵਾਅਦਾ ਨਹੀਂ ਪੂਰਾ ਕੀਤਾ? ਇੰਨੀਆਂ ਮੰਗਾਂ ਕਿਸੇ ਸਰਕਾਰ 'ਚ ਪੂਰੀਆਂ ਹੋਈਆਂ ਨਹੀਂ। ਬਾਕੀ ਕਿਸਾਨੀ ਜਿਹੜਾ ਕਿੱਤਾ ਹੈ ਨਾ ਸਿੱਧੂ ਸਾਹਿਬ, ਕਿਸਾਨੀ ਕਿੱਤਾ ਹੈ ਹੀ ਇਹੋ ਜਿਹਾ, ਕਿਸਾਨੀ ਕਿੱਤਾ ਹੈ ਹੀ ਇਹੋ ਜਿਹਾ ਜਿਹਦੇ ਵਿੱਚ ਬਾਰ-ਬਾਰ ਸਰਕਾਰ ਦੀ ਲੋੜ ਪੈਣੀ ਆ, ਬਾਰ-ਬਾਰ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਤੇ ਲਾਗੂ ਕਰਨੀਆਂ ਪੈਣੀਆਂ। ਅਸੀਂ ਕਰਾਂਗੇ, ਅਸੀਂ ਨਹੀਂ ਹਟਦੇ, ਅਸੀਂ ਕਰਾਂਗੇ। ਆਪਾਂ ਗੱਲ ਸੁਣ ਲਈਏ ਕਿਸਾਨ ਆਗੂ ਦੀ ਗੱਲ ਸੁਣ ਲਈਏ। ਜਗਤਾਰ ਜੀ ਵੇਖੋ ਜੀ, ਮੈਂ ਗੱਲ 2 ਗੱਲਾਂ ਦੀ ਕੀਤੀ ਸੀ। ਇੱਕ ਤੇ ਜਿਹੜਾ ਆਬਾਦਕਾਰ ਵਾਲਾ ਮਾਲਕੀ ਹੱਕ ਦੇਣ ਦਾ ਜਿਹੜੀ ਮੰਗ ਮੰਨ ਕੇ ਛੋਟੇ ਕਿਸਾਨਾਂ ਨੂੰ ਦਿਆਂਗੇ, ਉੱਟ ਲੈ ਆਏ, ਫੇਰ ਤੋਂ ਛੋਟੇ ਕਿਸਾਨਾਂ ਨੂੰ ਜੜਨ ਲੱਗ ਗਏ। ਦੂਜੀ ਗੱਲ ਜਿਹੜੀ ਸੀ ਉਹ ਵੀ ਸਾਡੇ ਉਲਟ ਲੈ ਗਏ ਪਰਾਲੀ, ਜੇ ਕਹਿੰਦੇ ਸੀ ਅਸੀਂ ਤੁਹਾਡੇ ਲਾਲ ਐਂਟਰੀ ਨਹੀਂ ਕਰਾਂਗੇ, ਤੁਸੀਂ ਅੱਗ ਧੱਕੇ ਨਾਲ ਨਾ ਲਵਾਓ। ਅਸੀਂ ਧੱਕੇ ਨਾਲ ਅੱਗ ਨਹੀਂ ਲਵਾਈ, ਪਰ ਇਹ ਫੇਰ ਲਾਲ ਐਂਟਰੀਆਂ ਕਰ ਰਹੇ ਨੇ ਕਿਸਾਨਾਂ ਨੂੰ। ਆਪਾਂ ਜਵਾਬ ਲੈਣੇ ਆ, ਇਕੱਠਾ ਜਵਾਬ ਲੈਣੇ ਆ। ਜਗਤਾਰ ਜੀ ਤੁਸੀਂ ਵੇਟ ਕਰ ਰਹੇ ਹੋ, ਇਕੱਠੇ ਜਵਾਬ ਲੈਣੇ ਆ। ਤੁਸੀਂ ਇਹ ਕਰ ਰਹੇ ਹੋ ਜਾਂ ਨਹੀਂ ਕਰ ਰਹੇ? ਓਕੇ, ਆਪਾਂ ਇਕੱਠੇ ਜਵਾਬ ਲੈਣੇ ਆ ਬਲਦੇਵ ਜੀ ਇਹਨਾਂ ਮੁੱਦਿਆਂ ਤੇ, ਕਿਉਂਕਿ ਆਪਾਂ ਕਿਸਾਨ ਸਥਿਤੀ ਦੇ ਉੱਤੇ ਇਕੱਠਾ ਹੀ ਜਵਾਬ ਲੈਣਾ ਚਾਹਾਂਗੇ। ਜਿੱਦਾਂ ਮਹਿਮਾ ਜੀ ਦਾ ਕਹਿਣਾ, ਤੁਹਾਡੀ ਕੀ ਰਾਏ ਹੈ? ਕਿਉਂਕਿ ਸੰਘੇੜਾ ਜੀ ਦਾ ਕਹਿਣਾ ਚਾਹੇ ਪਰਾਲੀ ਦੇ ਮੁੱਦੇ ਤੇ ਵੀ ਅਸੀਂ ਮਦਦ ਕੀਤੀ ਹੈ ਕਿਸਾਨਾਂ ਦੀ, ਦੂਜੀਆਂ ਮੰਗਾਂ ਨੂੰ ਲੈ ਕੇ ਹੀ ਮਦਦ ਕਰ ਰਹੇ ਹਾਂ। ਕਾਸ਼ਤਕਾਰਾਂ ਦੀ ਗੱਲ ਹੈ, ਦੂਜੇ ਮਾਮਲਿਆਂ ਤੇ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਸਰਕਾਰ ਕਿਸਾਨਾਂ ਦੇ ਵਿਰੋਧ 'ਚ ਖੜੀ ਹੋਵੇ। ਜੀ ਬਲਦੇਵ ਜੀ। ਦੇਖੋ ਸਿੱਧੂ ਸਾਹਿਬ, ਪਹਿਲਾਂ ਤਾਂ ਸੰਘੇੜਾ ਸਾਹਿਬ ਨੂੰ ਕਹਿੰਦੇ ਵੀ ਸਾਨੂੰ ਵੰਡੋ ਨਾ, ਤੁਸੀਂ ਡਿਬੇਟ ਤੇ ਆਏ ਆ, ਕਿਸਾਨਾਂ ਦੇ ਮੰਗਾਂ ਮਸਲਿਆਂ ਨੂੰ ਜਿਹੜਾ ਚੱਕਣ ਵਾਸਤੇ ਆਏ ਆ। ਦੋਨੇ ਪਾਰਟੀਆਂ ਵਾਲੇ ਲੀਡਰਾਂ ਨੂੰ ਅਸੀਂ ਕਹਿੰਦੇ ਹਾਂ ਸਾਡੀ ਜਿਹੜੀ ਲੜਾਈ ਆ, ਜਿੱਥੇ ਪੰਜਾਬ ਸਰਕਾਰ ਨਾਲ ਆ ਉੱਥੇ ਕੇਂਦਰ ਸਰਕਾਰ ਨਾਲ। ਜਦੋਂ ਅਸੀਂ 3 ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ, ਉਦੋਂ ਇਹ ਕਹਿ ਕੇ ਆਏ ਸੀ ਵੀ ਜਿਹੜਾ ਅੰਦੋਲਨ ਆ ਉਹਨੂੰ ਖਤਮ ਨਹੀਂ ਕੀਤਾ। ਜਿਹੜੀਆਂ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਨਾਲ ਜੁੜਵੀਆਂ ਮੰਗਾਂ ਸੀ, ਉਹ ਸਾਡੀਆਂ ਹਜੇ ਦਿਓ ਦੀਆਂ ਤਿਉਂ ਖੜੀਆਂ ਜੀ। ਪਰਚਿਆਂ ਵਾਲਾ ਹੈਗਾ, ਲਖਮੀਰਪੁਰ ਖੀਰੀ ਵਾਲਾ ਜਿਹੜੇ ਸਾਡੇ ਕਿਸਾਨ ਸ਼ਹੀਦ ਕਰਤੇ ਸੀ, ਇੱਕ ਸਾਡਾ ਪੱਤਰਕਾਰ ਵੀਰ ਸ਼ਹੀਦ ਕਰਤਾ ਸੀਗਾ, ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਵਾਲੀਆਂ ਹੈਗੀਆਂ। ਤੇ ਇਹਦੇ ਨਾਲ ਹੀ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਸਾਡੀਆਂ, ਉਹ ਵੀ ਹਜੇ ਦਿਓ ਦੀਆਂ ਤਿਉਂ ਫੜੀਆਂ। ਤੁਹਾਡੇ ਯਾਦ ਹੋਣਾ ਕਿ ਕੱਲ ਨੂੰ 19 ਨਵੰਬਰ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੀ ਹੈਗੀ ਆ ਦੀਪਮਾਲਾ ਕੀਤੀ ਜਾਣੀ ਆ, ਆਤਿਸ਼ਬਾਜ਼ੀ ਚਲਾਈ ਜਾਣੀ ਆ। ਉਹ 19 ਨਵੰਬਰ ਜਿਸ ਦਿਨ ਮੋਦੀ ਨੇ ਝੁੱਕ ਕੇ ਉਹ ਕਾਲੇ ਕਾਨੂੰਨ ਵਾਪਸ ਲਏ ਸੀ, ਉਹ ਕਿਸਾਨਾਂ ਦੇ ਵਿੱਚ ਉਤਸ਼ਾਹ ਗਾ, ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਉਤਸ਼ਾਹ ਕੇ ਉਹ ਅਸੀਂ ਪੂਰੇ ਜਸ਼ਨ ਮਨਾਉਣੇ ਆ। ਤੇ ਆਉਣ ਵਾਲੀ ਜਿਹੜੀ 26 ਨਵੰਬਰ ਆ ਉਹਨੂੰ ਅਸੀਂ ਚੰਡੀਗੜ੍ਹ ਵੱਲ ਨੂੰ ਮੂੰਹ ਕਰਨਾ, ਮੰਗ ਕੇ ਆਉਣਾ ਘਰਾਓ ਕਰਕੇ ਰਾਜਪਾਲ ਦਾ। ਸੋ ਇਹ ਜਿਹੜੇ ਸਾਡੇ ਮੁੱਦੇ ਆ, ਮੁੱਦਿਆਂ ਦੇ ਉੱਤੇ ਲੜਾਈਆਂ ਜਿਹੜੀਆਂ ਹੈਗੀਆਂ ਉਹ ਚੱਲਣਗੀਆਂ। ਓਕੇ, ਜਿੰਨਾ ਚਿਰ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੋਂ ਇਹ ਬਚਾਉਂਦੇ ਨਹੀਂ, ਖੁਦਕੁਸ਼ੀਆਂ ਤੋਂ ਰੋਕਦੇ ਨਹੀਂ, ਕਰਜ਼ਿਆਂ ਦੀ ਕੋਈ ਲਖੀਰ ਨਹੀਂ ਵੱਜਦੀ, ਉਹਨਾਂ ਚਿਰ ਇਹ ਅੰਦੋਲਨ ਜਿਹੜਾ ਇਹ ਚੱਲਦੇ ਰਹਿਣੇ ਆ। ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈ ਲਈਏ ਸਮੇਂ ਦੇ ਲਿਹਾਜ਼ ਨਾਲ। ਇੱਕੋ ਹੀ ਗੱਲ ਆ ਸਿੱਧੂ ਸਾਹਿਬ ਕਿ ਸਾਡਾ ਕੋਈ ਜੀ ਨਹੀਂ ਕਰਦਾ ਵੀ ਅਸੀਂ ਕਿਸੇ ਯਾਤਰੀ ਨੂੰ, ਕਿਸੇ ਰਾਹਗੀਰ ਨੂੰ ਪਰੇਸ਼ਾਨ ਕਰੀਏ। ਸਹੀ ਹੈ, ਸਾਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ, ਪਰ ਜਦੋਂ ਸਰਕਾਰਾਂ ਸੁਣਦੀਆਂ ਨਹੀਂ ਤਾਂ ਸਾਨੂੰ ਲੋਕਾਂ ਨੂੰ ਜਿਹੜਾ ਹੈਗਾ ਸੜਕਾਂ ਤੇ ਉਤਰਨਾ ਪੈਂਦਾ। ਇਹਨਾਂ ਨੂੰ ਜਗਾਉਣ ਵਾਸਤੇ, ਇਹਨਾਂ ਨੂੰ ਹਿਲਾਉਣ ਵਾਸਤੇ ਵੀ ਮਾੜੀ ਮੋਟੀ ਜਿਹੜੀ ਹੈਗੀ ਆ ਗੱਲ ਸੁਣੋ। ਜੀ ਤੁਹਾਡਾ ਵਿਊ ਬਣਾ ਗਿਆ। ਜੈਵੰਤ ਸਿੰਘ ਜੀ, ਇਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਹਾਂ। ਦੇਖੋ, ਪ੍ਰੋਫੈਸਰ ਸੰਘੇੜਾ ਦਾ ਕਹਿਣਾ ਹੈ ਕਿ ਕਿਸਾਨ ਤਾਂ ਹੈ ਹੀ ਜਿਹੜੇ ਹੈਗੇ ਆ, ਸਰਕਾਰ ਜਿਹੜੀ ਉਹਨਾਂ ਦੀ ਦੋਸਤਾਨਾ ਵਤੀਰਾ ਹੈ। ਮੁੱਦਿਆਂ ਦੀ ਗੱਲ ਉਹ ਫੇਰ ਬਾਰ-ਬਾਰ ਇਹੀ ਗੱਲ ਕਹਿੰਦੇ ਆ ਕਿ ਮੰਗਾਂ ਮੰਨਣ ਦੀ ਗੱਲ ਹੈ। ਜਿਨ੍ਹਾਂ ਦੀ ਵੀ ਇਸ਼ੂ 'ਤੇ ਗੱਲ ਕਰਦੇ ਆ, ਚਾਹੇ ਕਾਸ਼ਤਕਾਰਾਂ ਦੀ ਗੱਲ ਕਰ ਲਈਏ, ਫਸਲਾਂ ਦੀ ਗੱਲ ਕਰ ਲਈਏ, ਉਹ ਕਹਿੰਦੇ ਅਸੀਂ ਸਰਕਾਰ ਜਿਹੜੀ ਹੈਗੀ ਆ ਹਮਦਰਦੀ ਨਾਲ, ਦੋਸਤਾਨਾ ਢੰਗ ਨਾਲ ਸਾਰੇ ਮੁੱਦਿਆਂ 'ਤੇ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕੱਲ੍ਹ ਨੂੰ ਜਿਹੜਾ ਹੈਗਾ ਦਿੱਲੀ ਮੋਰਚੇ ਨੂੰ ਲੈ ਕੇ ਪੂਰੇ ਪੰਜਾਬ 'ਚ ਬਨੇਰਿਆਂ 'ਤੇ ਦੀਵੇ ਜਗਾ ਰਹੇ ਹਾਂ। ਬਹੁਤ ਸਾਰੀਆਂ ਮੰਗਾਂ ਜੈਵੰਤ ਸਿੰਘ ਜੀ ਜਿਹੜੀਆਂ ਅਜੇ ਵੀ 3 ਖੇਤੀ ਕਾਨੂੰਨ ਜਿਹੜੇ ਰੱਦ ਕਰਾਉਣ ਤੋਂ ਇਲਾਵਾ ਅਜੇ ਪੈਂਡਿੰਗ ਪਈਆਂ। ਲਖੀਮਪੁਰ ਖੀਰੀ ਦੀ ਗੱਲ ਕਰ ਲਈਏ, ਦੂਜੇ ਮੁੱਦਿਆਂ ਦੀ ਗੱਲ ਕਰ ਲਈਏ। ਸੋ ਕੇਂਦਰ ਸਰਕਾਰ ਵੀ ਜੈਵੰਤ ਸਿੰਘ ਜੀ ਕਿਸਾਨਾਂ ਦੀਆਂ ਨਜ਼ਰਾਂ 'ਚ ਕਟਹਿਰੇ 'ਚ ਹੈ। ਜੀ ਜੈਵੰਤ ਸਿੰਘ ਜੀ। ਹਾਂਜੀ,
ਚਲੋ ਬੜੇ ਦਿਲਚਸਪ ਸਾਈਡ ਦੇ ਉੱਤੇ ਸਾਡੀ ਡਿਬੇਟ ਹੁਣ ਚੱਲ ਰਹੀ ਹੈ। ਪਹਿਲੀ ਗੱਲ ਤੇ ਸੰਘੇਰਾ ਸਾਹਿਬ ਨੇ ਆਪੂ ਹੀ ਕਹਿ ਦਿੱਤਾ ਕਿ ਉਹ ਵੋਟ ਤੇ ਉਹਨਾਂ ਨੂੰ ਮੰਗਣ ਦੀ ਇਸ ਵੇਲੇ ਜ਼ਰੂਰਤ ਨਹੀਂ, ਤੇ ਮੇਰਾ ਪੁਆਇੰਟ ਪ੍ਰੂਵ ਹੋ ਗਿਆ ਕਿ ਜਦੋਂ ਵੋਟ ਹੀ ਮੰਗਣ ਦੀ ਜ਼ਰੂਰਤ ਨਹੀਂ ਤੇ ਜਿੰਨਾ ਮਰਜ਼ੀ ਕਿਸਾਨ ਸੜਕਾਂ ਦੇ ਉੱਤੇ ਬੈਠੇ ਰਹਿਣ ਕੋਈ ਫਰਕ ਤੇ ਪੈਂਦਾ ਨਹੀਂ। ਇਸ ਵਾਸਤੇ ਮੈਂ ਫੇਰ ਕਿਸਾਨਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਅਗਰ ਬਹਿਣਾ ਹੀ ਹੈ ਤਾਂ ਜਾ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬੈਠੋ। 92 ਘਰ ਇਹਨਾਂ ਦੇ ਐਮਐਲਏਜ਼ ਨੇ, ਉਹਨਾਂ ਦੇ ਬਾਹਰ ਬੈਠੋ। ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਚੱਲਣ ਦਿਓ, ਕੋਈ ਫਾਇਦਾ ਨਹੀਂ ਉੱਥੇ ਬਹਿਣ ਦਾ। 5 ਸਾਲ ਵਾਸਤੇ ਅਗਰ ਅਸੀਂ ਏਦਾਂ ਹੀ ਬੈਠੇ ਰਹੀਏ ਰਵਾਂਗੇ ਤੇ ਖੇਤੀ ਤੇ ਜਿਹੜੀ ਜਾਏਗੀ ਥੱਲੇ ਜਾਏਗੀ, ਪੂਰਾ ਪੰਜਾਬ ਹੀ ਥੱਲੇ ਚਲਾ ਜਾਏਗਾ। ਸੋ ਕੁਛ ਪੰਜਾਬ ਦੇ ਵੱਲ ਵੀ ਸਾਨੂੰ ਸਾਰਿਆਂ ਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਲਿਆਉਣਾ ਚਾਹੀਦਾ ਹੈ। ਦੂਸਰਾ ਭਾਈ ਸਾਹਿਬ ਨੇ ਕਿਹਾ ਸੀ, ਬਲਦੇਵ ਜੀ ਨੇ, ਲੜਾਈ ਹੈ। ਦੇਖੋ ਅਸੀਂ ਇੱਕੋ ਦੇਸ਼ ਦੇ ਬੰਦੇ ਹਾਂ, ਗਵਰਨਮੈਂਟ ਹੈ, ਗਵਰਨਮੈਂਟ ਦੇ ਨਾਲ ਤੁਹਾਡੀ ਲੜਾਈ ਕਿਉਂ ਹੈ, ਗੱਲਬਾਤ ਕਿਉਂ ਨਹੀਂ ਹੈ, ਤੁਸੀਂ ਕਿਉਂ ਲੜਨਾ ਹੈ? ਫਿਰ ਦੂਸਰਾ ਕਿਹਾ ਕਿ ਇਹ ਮੋਦੀ ਜੀ ਨੂੰ ਉਹਨਾਂ ਨੂੰ ਦੇਖੋ ਬਲਦੇਵ ਜੀ ਵਿੱਚ ਨਹੀਂ ਬੋਲਣਾ ਪਲੀਜ਼, ਤੁਹਾਡਾ ਟਾਈਮ ਸੀਗਾ, ਤੁਹਾਡਾ ਟਾਈਮ ਸੀਗਾ, ਮੈਨੂੰ ਬੋਲ ਲੈਣ ਦਿਓ। ਤੁਸੀਂ ਬੋਲੋ, ਮੈਂ ਚੁੱਪ ਹੋ ਜਾਣਾ। ਚਲੋ ਬੋਲੋ। ਅੱਜ ਤਾਂ ਤੁਹਾਨੂੰ ਇਹ ਕਹਿੰਦੇ ਵੀ 11 ਮੀਟਿੰਗਾਂ ਗੱਲਬਾਤ ਵੀ ਕੀਤੀ ਹੈ, ਗੱਲਬਾਤ ਤੋਂ ਕਦੇ ਵੀ ਨਹੀਂ ਭੱਜਦੇ ਅਸੀਂ। ਮੈਂ ਕਹਿੰਦਾ ਸਾਡਾ ਸ਼ੌਂਕ ਨਹੀਂ ਸੜਕਾਂ ਤੇ ਜਾਣ ਦਾ, ਸ਼ੌਂਕ ਨਹੀਂ ਹੈਗਾ। ਇੱਥੇ ਆ ਕੇ ਅਗਰ ਲਫ਼ਜ਼ ਯੂਜ਼ ਕਰਦਾ ਬਲਦੇਵ ਜੀ, ਲੜਾਈ ਲਫ਼ਜ਼ ਨਾ ਯੂਜ਼ ਕਰੋ, ਤੁਸੀਂ ਯੂਜ਼ ਕਰੋ ਗੱਲਬਾਤ। ਤੇ ਦੂਸਰਾ ਇਹ ਨਹੀਂ, ਚਲੋ ਤੁਸੀਂ ਬੋਲੋ। ਜੈਵੰਤ ਸਿੰਘ ਜੀ, ਅਸੀਂ ਤਾਂ ਤੁਹਾਡੇ ਲੈਟਰ ਦੇ ਕਹਿਣ ਤੇ ਵਿਸ਼ਵਾਸ ਦੇਣ ਤੇ ਅਸੀਂ ਤਾਂ ਅੰਦੋਲਨ ਲੈ ਕੇ ਵਾਪਸ ਆ ਕੇ ਜਿਹੜਾ ਬਿੱਲ ਰੱਦ ਕਰਾ ਕੇ ਉਸ ਤੋਂ ਬਾਅਦ ਬਾਕੀ ਮੰਗਾਂ ਦੇ ਤੁਸੀਂ ਕਿਹਾ ਵੀ ਅਸੀਂ ਕਰਾਂਗੇ, ਇਹ ਵੀ ਹੱਲ ਕਰਾਂਗੇ। MSP ਦੀ ਮੰਗ, ਲਖੀਮਪੁਰ ਖੀਰੀ ਵਾਲੀ ਕਿਸਾਨਾਂ ਦੇ ਪਰਚੇ, ਇਹ ਜਿਹੜੀਆਂ ਮੰਗਾਂ ਸਾਡੀਆਂ ਖੜੀਆਂ ਹੋਈਆਂ ਸੀ, ਜਿਹੜੇ ਕਿਸਾਨ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਕੇਂਦਰ ਸਰਕਾਰ ਵੱਲੋਂ ਚਾਰੇ ਮੰਗਾਂ ਪਰਚੇ ਕੁਛ ਰੱਦ ਹੋਏ ਨੇ। ਬਾਕੀ 3 ਮੰਗਾਂ ਜਿਹੜੀਆਂ ਸਾਡੀਆਂ ਜਿਉਂਦੀਆਂ ਤੇ ਉਹ ਖੜੀਆਂ ਹੋਈਆਂ ਨੇ। ਕੇਂਦਰ ਸਰਕਾਰ ਵੀ ਤਾਂ ਸਾਲ ਤੋਂ ਵੱਧ ਤੇ ਅੜੀ ਹੋਈ ਏ। ਹੁਣ ਤੁਸੀਂ ਇਕੱਲੇ ਇੱਕ ਸ਼ਬਦ ਨੂੰ ਫੜ ਕੇ ਬਹਿ ਗਏ ਵੀ ਤੁਸੀਂ ਲੜਾਈ ਦੀ ਗੱਲ ਨਾ ਕਰੋ। ਸਾਡਾ ਤਾਂ ਇਹ ਸੁਭਾਵਕ ਹੈ ਵੀ ਅਸੀਂ ਜਿਹੜੇ ਸਾਡੀ ਸਰਕਾਰ ਸਾਡੇ ਨਾਲ, ਅਸੀਂ ਜਿਹੜੇ ਦੇਸ਼ ਦਾ ਅੰਨ ਪੈਦਾ ਕਰਕੇ ਦਿੱਤਾ ਦੇਸ਼ ਦੀ ਸਰਕਾਰ ਨੂੰ, ਤੇ ਸਾਡੇ ਨਾਲ ਜਿਹੜਾ ਵਤੀਰਾ ਦੁਸ਼ਮਣ ਵਾਲਾ ਕੀਤਾ ਜਾ ਰਿਹਾ ਹੈ। ਸਾਡੇ ਕਿਸਾਨਾਂ ਨੂੰ ਗੱਡੀਆਂ ਚੜਾ ਕੇ ਤਰੜਿਆ ਤੁਸੀਂ, ਤੇ ਅਸੀਂ ਲੜਾਈ ਸ਼ਬਦ ਤੋਂ ਵੀ ਤੁਸੀਂ ਉਹਨੂੰ ਫੜ ਕੇ ਬਹਿ ਗਏ ਵੀ ਭਾਈ ਇਹ ਤਾਂ ਸ਼ਬਦ ਵੀ ਆ ਨਾ ਵਰਤੋ। ਤੁਸੀਂ ਦੱਸੋ ਵੀ ਲਖੀਮਪੁਰ ਖੀਰੀ ਜਿਹੜਾ ਅਜੇ ਮਿਸ਼ਰਾ ਟਹਿਣੀ ਏ, ਉਹਨੇ ਸਾਡੇ ਕਿਸਾਨਾਂ ਨਾਲ ਕਿਹੜਾ ਵਤੀਰਾ ਕੀਤਾ? ਕੋਈ ਦੋਸਤਾਂ ਨਾਲ ਕੀਤਾ, ਗੱਲਬਾਤ ਨਾਲ ਕੀਤਾ? ਸਾਡੇ ਕਿਸਾਨ ਜਦੋਂ ਆਪਦੀ ਲੜਾਈ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ, ਸੰਘਰਸ਼ ਦਾ ਹੀ ਤਾਂ ਨਾਂ ਦਿੰਦੇ, ਅਸੀਂ ਲੜਾਈ ਦਿੰਦੇ ਆ, ਤਾਂ ਸਾਡੇ ਤੇ ਗੱਡੀਆਂ ਚੜਾ ਕੇ ਸ਼ਹੀਦ ਕਰਤੇ ਕਿਸਾਨ। ਉਲਟਾ ਸਾਡੇ ਉੱਥੇ ਜਿਹੜੀਆਂ ਮੰਗਾਂ ਮੰਨ ਕੇ ਉਹ ਸਾਰੇ ਤੋਂ ਉੱਤੇ ਵੀ ਭੱਜ ਗਏ। ਕਿਹੜੀ ਗੱਲ ਕਰੀਏ? ਸਰਕਾਰ ਕਿਹੜਾ ਸਾਡੇ ਖਿਲਾਫ ਕੋਈ ਸਾਡਾ ਸੰਘਰਸ਼ ਸ਼ੁਰੂ ਅੱਜ ਹੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 5 ਜਿਹੜੇ ਤੁਹਾਡੇ ਲੀਡਰ ਨੇ ਪੰਜਾਬ ਦੇ, ਉਹਨਾਂ ਦੇ ਘਰ ਆ ਕੇ ਧਰਨੇ ਦੇ ਕੇ ਆਏ ਆ। 26 ਨੂੰ ਫਿਰ ਪੂਰੇ ਜਿਹੜੇ BJP ਦੇ ਰਾਜਪਾਲ ਨੇ ਉਹਨਾਂ ਨੂੰ ਘੇਰਨਾ, ਸਾਰੇ ਮੰਗ ਪੱਤਰ ਦੇਣੇ ਨੇ। ਉਸ ਤੋਂ ਬਾਅਦ 1 ਤੋਂ ਫਿਰ 11 ਤੱਕ ਜਿਹੜਾ ਚੱਲਣਾ ਹੈ ਵੀ MPਆਂ ਨੂੰ, ਤੁਹਾਡਿਆਂ ਨੂੰ ਵੀ ਦਿਆਂਗੇ ਤੇ ਵਿਰੋਧੀਆਂ ਨੂੰ ਵੀ ਦਿਆਂਗੇ ਵੀ ਭਾਈ ਆ ਸਾਡੇ ਜਿਹੜੇ ਮੰਗਾਂ ਰਹਿੰਦੀਆਂ ਨੇ ਇਹਦੇ ਤੇ ਡਿਬੇਟ ਕਰੋ, ਉੱਥੇ ਪਾਰਲੀਮੈਂਟ 'ਚ ਬੋਲੋ। ਅਸੀਂ ਤੇ ਇਹ ਕਹਿ ਰਹੇ ਹਾਂ ਵੀ ਤੁਹਾਡੇ ਉੱਥੇ ਤੁਹਾਡੇ ਨੁਮਾਇੰਦੇ ਬੋਲਣ, ਦੂਜੇ ਵਿਰੋਧੀ ਬੋਲਣ, ਸਾਡੇ ਇੱਕ ਸ਼ਬਦ ਨੂੰ ਲੜਾਈ ਸ਼ਬਦ ਨਾ ਵਰਤੋ। ਆਪਾਂ ਜਵਾਬ ਲੈ ਲਈਏ। ਜੈਵੰਤ ਸਿੰਘ ਜੀ, ਤੁਸੀਂ ਜਿਹੜੀਆਂ ਰਹਿੰਦੀਆਂ ਮੰਗਾਂ ਜੀ ਉਹਨਾਂ ਨੂੰ ਲਾਗੂ ਕਰਵਾਓ। जी ਆਪਾਂ ਜੈਵੰਤ ਸਿੰਘ ਜੀ ਪਲੀਜ਼। अच्छा, अगर सब कुछ खत्म हो गया तो मैं फिर बोल लवां। हाँ, तो दूसरी गल ये है कि जो लफ्ज़ इन्होंने यूज़ किया कि असीं झुकाता प्राइम मिनिस्टर नूं, ये किसी वास्ते भी देश के किसी भी नागरिक वास्ते ये कहना कि उन्हें प्राइम मिनिस्टर नूं झुकाता, ये कोई एक अच्छा शब्द नहीं हुंदा इस्तेमाल करने वास्ते। प्राइम मिनिस्टर ने मेरी मेहमान आगे रहे हैं कि आप मुद्दों ते गल करिए, इमोशनल शब्द है नहीं इमोशनल। देखो जब तुसीं डिबेट ते गल कर रहे ਜਦੋਂ ਤੁਸੀਂ ਡਿਬੇਟ 'ਚ ਬੈਠਦੇ ਹੋ ਤਾਂ ਤੁਹਾਨੂੰ ਸ਼ਬਦਾਂ ਦਾ ਮਹੱਤਵ ਰੱਖਣਾ ਜ਼ਰੂਰੀ ਹੁੰਦਾ ਹੈ। ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹ BJP ਦਾ ਕੱਲੀ ਦਾ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਦਾ ਮੂੰਹ ਝੁਕਾਤਾ। ਬੋਲੋ ਤੁਸੀਂ, ਬੋਲੋ ਤੁਸੀਂ, ਬੋਲੋ। ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਬਣਾਈਆਂ, ਭਾਵੇਂ ਲੋਕਾਂ ਦੀ ਆਗੀ ਗੱਲ ਆਪਾਂ ਜਵਾਬ ਲੈ ਲਈਏ। ਜੈਵੰਤ ਸਿੰਘ ਜੀ, ਤੁਸੀਂ ਆਪਣੀ ਗੱਲ ਮੁੱਦਿਆਂ ਦੇ ਉੱਤੇ ਸ਼ਬਦਾਂ ਦੀ ਰਾਜਨੀਤੀ ਨਾ ਕਰੋ ਵੀ ਸ਼ਬਦੋਂ ਨੇ ਆ ਬੋਲਤਾ। ਤੁਹਾਡੀ ਗੱਲ ਮਹਿਮਾ ਜੀ ਆ ਗਈ। ਆਪਾਂ ਜੈਵੰਤ ਸਿੰਘ ਜੀ ਤੋਂ ਜਵਾਬ ਲੈ ਲਈਏ। ਸਾਡੇ ਕਿਸਾਨਾਂ ਦੇ ਵਿਰੁੱਧ ਨੀਤੀਆਂ ਲਾਗੂ ਕਰ ਰਿਹਾ ਸੀ, ਅਸੀਂ ਮੋੜਿਆ। ਆਪਾਂ ਜਵਾਬ ਲੈ ਲਈਏ ਜੈਵੰਤ ਸਿੰਘ ਜੀ। ਹਾਂ ਚਲੋ,
ਤੇ ਉਹ ਇਹਨਾਂ ਸ਼ਬਦਾਂ ਦੇ ਵਾਸਤੇ ਤੇ ਮੈਨੂੰ ਥੋੜਾ ਜਿਹਾ ਦੁੱਖ ਹੈ। ਚਲੋ ਕੋਈ ਗੱਲ ਨਹੀਂ, ਅੱਗੇ ਵਧਦੇ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ ਤੇ ਸਾਡਾ ਜਿਹੜਾ ਦੇਸ਼ ਹੈ ਉਹ ਫਾਰਮਰ ਸੈਂਟਰਿਕ ਦੇਸ਼ ਹੈਗਾ। ਕੋਈ ਵੀ ਨੈਸ਼ਨਲ ਪਾਰਟੀ ਜਿਹੜੀ ਰੂਲ ਕਰਦੀ ਹੈ ਜਾਂ ਜਿਹਦੀ ਵੱਡੀ ਐਸਪਾਇਰੇਸ਼ਨ ਹੁੰਦੀ ਹੈ ਉਹ ਫਾਰਮਰ ਦੀ ਸੈਂਸਿਟਿਵਿਟੀ ਨੂੰ ਸਾਈਡ ਦੇ ਉੱਤੇ ਕਰਕੇ ਅੱਗੇ ਨਹੀਂ ਚੱਲ ਸਕਦੀ। ਬੀਜੇਪੀ ਨੇ ਵੀ ਕਦੀ ਸੈਂਸਿਟਿਵਿਟੀ ਫਾਰਮਰਸ ਦੀ ਪਿੱਛੇ ਕੀਤੀ ਨਹੀਂ। ਅਗਰ ਕਰ ਦੇਵਾਂਗੇ ਤੇ ਅਸੀਂ ਬੁਰੀ ਤਰ੍ਹਾਂ ਨਾਲ ਹਾਰ ਜਾਵਾਂਗੇ। ਅਸੀਂ ਕੋਈ ਸਿਰਫ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਲੜਨੀ ਹੁੰਦੀ, ਅਸੀਂ ਪੂਰੇ ਦੇਸ਼ ਦੇ ਵਿੱਚ ਲੜਨੀ ਹੁੰਦੀ ਹੈ। 23 ਸਟੇਟਾਂ ਦੇ ਵਿੱਚ ਸਾਡੀ ਗਵਰਨਮੈਂਟ ਹੈਗੀ ਹੈ ਤੇ ਬੀਜੇਪੀ ਹੁਣ ਤੁਸੀਂ ਇਹ ਦੇਖੋ, ਚਲੋ ਠੀਕ ਹੈ, ਲਖੀਮ ਖੇਰੀ ਦਾ ਤੇ ਬਾਕੀ ਜਿਹੜੇ 2-4 ਮੁੱਦੇ ਨੇ ਉਹਨਾਂ ਦੇ ਉੱਤੇ ਪ੍ਰੋਸੈਸ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈ ਤੇ ਇਹਨਾਂ ਇਹ ਵੀ ਗਵਰਨਮੈਂਟ ਦੇ ਨਾਲ ਕਿਸਾਨ ਆਗੂ ਵੀ ਦੇ ਆਰ ਇਨ ਟੱਚ ਵਿਦ ਦ ਗਵਰਨਮੈਂਟ। ਮੈਂ ਇਹ ਕਹਿਣਾ ਚਾਹੁੰਦਾ ਕਿ ਐਟ ਦ ਟਾਈਮ ਆਫ ਦ ਕਿਸਾਨ ਐਜੀਟੇਸ਼ਨ ਤੋਂ ਲੈ ਕੇ ਹੁਣ ਤੱਕ 4 ਸਾਈਕਲ ਹੋ ਗਏ ਨੇ ਵੀਟ ਰਾਈਸ ਦੇ, ਜਿਹਦੇ ਵਿੱਚ ਪੂਰੀ ਦੀ ਪੂਰੀ MSP ਦੀ ਲਾਗਤ ਦੇ ਕੇ ਅਸੀਂ ਸਾਰੀ ਦੀ ਸਾਰੀ ਫਸਲ ਪੰਜਾਬ ਦੀ ਚੁੱਕੀ ਹੈ। ਇਹਦੇ ਇਲਾਵਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਅਸੀਂ ਪੂਰਾ ਦਿੱਤਾ ਹੈ। ਐਡੀ ਜ਼ਿਆਦਾ ਯੂਰੀਆ ਦੀ ਐਡੀ ਕੀਮਤ ਵੱਧ ਗਈ ਹੈ। ਯੂਰੀਆ ਦੀ ਕੀਮਤ ਵਧਣ ਦੇ ਬਾਅਦ ਵੀ ਅਸੀਂ ਉਹਦੀ ਕੀਮਤ ਨਹੀਂ ਵਧਾਈ। ਉਹਦਾ ਵੀ ਪੂਰਾ ਜਿਹੜਾ ਖਰਚਾ ਹੈ ਉਹ ਕੋਵਿਡ ਦੇ ਟਾਈਮ ਦੇ ਉੱਤੇ ਐਡੀ ਮੁਸ਼ਕਲ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਆਪਣੇ ਸਿਰ ਦੇ ਉੱਤੇ ਉਠਾ ਰਹੀ ਹੈ। ਸੋਇਲ ਹੈਲਥ ਕਾਰਡ ਅਸੀਂ ਬਣਾਏ ਹੋਏ ਨੇ। ਅਸੀਂ 6000 ਰੁਪਇਆ ਮਹੀਨੇ ਦਾ ਸਾਲ ਦਾ ਇਹਨਾਂ ਦੇ ਉਹਦੇ ਵਿੱਚ ਦਿੰਦੇ ਆ। ਇਹਦੇ ਇਲਾਵਾ ਸੁਣ ਲਓ ਬਣ ਜਾਏਗੀ ਲੰਬੀ ਲਿਸਟ। ਹਾਂ ਤੇ ਫਿਰ ਲੰਬੀ ਲਿਸਟ ਤੇ ਦੇਣੀ ਪਏਗੀ ਨਾ। ਜੋ ਅਸੀਂ ਕੰਮ ਕਰ ਰਹੇ ਹਾਂ ਸਿਰਫ ਪੰਜਾਬ ਵਾਸਤੇ ਨਹੀਂ ਕਰ ਰਹੇ। ਜਿਹੜੀਆਂ ਵਾਅਦਾ ਕਰਕੇ ਸਾਨੂੰ ਵਿਸ਼ਵਾਸ ਪੱਤਰ ਦੇ ਕੇ ਉੱਥੋਂ ਅੰਦੋਲਨ ਚੁਕਾਇਆ ਸੀ, ਉਹਦੇ ਤੇ ਬੋਲੋ ਵੀ ਚਾਰੇ ਮੰਗਾਂ ਜੋ ਤੁਸੀਂ ਕਿਹੜੀ ਮੰਗ ਕੋਈ ਪੂਰੀ ਕੀਤੀ ਸਾਡੇ ਕਿਸਾਨਾਂ ਦੀ, ਅਸੀਂ ਤੁਹਾਡੇ ਤੇ ਉਸ ਪੱਤਰ ਤੇ ਕਮੇਟੀ ਬਣਦੀ, ਉਹਦੇ ਵਾਸਤੇ ਕਮੇਟੀ ਬਣਨੀ ਸੀਗੀ ਗੁਰਮੀਤ ਜੀ, ਉਹਦੇ ਵਾਸਤੇ ਕਮੇਟੀ ਬਣਨੀ ਸੀਗੀ। ਤੁਸੀਂ ਕਮੇਟੀ ਵਾਸਤੇ ਬੰਦੇ ਦਾ ਨਾਂ ਹੀ ਨਹੀਂ ਦਿੱਤਾ। ਜਿਹੜੀ ਬੰਦੇ ਬਹਿਨੇ ਨੇ ਉਹਨਾਂ ਦੇ ਨਾਂ ਕਿੱਥੇ ਨੇ? ਉਹ ਕਮੇਟੀ ਨਹੀਂ ਬਣੀ। ਉਸ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ। ਕਿਉਂ ਨਹੀਂ ਹੋਈ? ਸਾਡੇ ਲਈ 3 ਸੀਟਾਂ ਰੱਖੀਆਂ। ਅਸੀਂ ਤੇ ਉਸ ਮੀਟਿੰਗ ਦੇ ਵਾਸਤੇ ਬਿਲਕੁਲ ਤਿਆਰ ਹਾਂ। ਤੁਸੀਂ ਤਿਆਰ ਕਿਉਂ ਨਹੀਂ ਹੋ? ਦੇਖੋ ਜੀ, ਸਾਡੇ ਨਾਲ ਜਿਹੜੀ ਗੱਲਬਾਤ ਹੋਈ ਸੀ ਕਿ ਤੁਹਾਡੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਖ ਨੁਮਾਇੰਦੇ ਰੱਖੇ ਜਾਣਗੇ, ਪਰ ਉਹਦੇ 'ਚ ਹੋਇਆ ਕੀ ਵੀ ਜਿਹੜਾ 29 ਚੋਂ 26 ਨੁਮਾਇੰਦੇ ਉਹ ਬੀਜੇਪੀ ਦੇ ਨੇ, RSS ਦੇ ਨੇ, ਉਹ ਕੇਂਦਰ ਦੀ ਸਰਕਾਰ ਦੇ ਨੇ। ਸਾਡੇ ਤਾਂ 3 ਹੀ ਰਹੇ, ਸੰਯੁਕਤ ਮੋਰਚੇ ਨੂੰ 3 ਦਿੱਤੇ ਨੇ ਵੀ 26 ਫੈਸਲਾ ਕਰ ਲੈਣਗੇ। 3 ਨੂੰ ਕਹੋਗੇ ਕਰੋ ਲਾਗੂ, ਤੁਹਾਡੇ 'ਚ ਹੋ ਗਿਆ ਵੀ ਉਦੋਂ ਵੀ ਸਥਿਤੀ ਅਗਲੀ ਜਿਹੜੀ ਵਿਗਾੜਤੀ। ਉਸ ਤੋਂ ਵੀ ਅਗਲੀ ਗੱਲ ਜਿਹੜੀ ਤੁਸੀਂ ਕਰ ਰਹੇ ਜੇ ਵੀ ਇਹ ਦੁਬਾਰਾ ਤੋਂ ਜਿਹੜਾ ਰਿਪੋਰਟਾਂ ਸਾਰੀਆਂ ਰੱਦ ਕਰਕੇ MSP ਦੁਬਾਰਾ ਤੋਂ ਤੈਅ ਕਰਾਂਗੇ। ਓਕੇ ਮੈਂ ਅਸੀਂ ਖੇਤੀ ਲਿਆਵਾਂਗੇ, ਜ਼ੀਰੋ ਬਜਟ ਖੇੜੀ ਖੇਤੀ ਵੀ ਕੋਈ ਉਹਦੇ 'ਚ ਬੀਜ ਦੀ ਮੁੱਲ ਲਓ। ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਤੁਹਾਡੀ ਗੱਲ ਆ ਗਈ ਜੈਵੰਤ ਸਿੰਘ ਜੀ। ਪ੍ਰੋਬਲਮ ਇਹ ਸੀਗੀ ਕਿ ਜਦੋਂ ਕਿਸਾਨ ਅੰਦੋਲਨ ਮੁੱਕਿਆ ਹੈ ਇਹਨਾਂ ਨੇ ਤੇ ਉਹਦੇ ਤੇ ਕੀ ਕੀਤਾ, ਉਹਦੇ ਤੇ ਆਪਾਂ ਜਵਾਬ ਲੈ ਲਈਏ। ਜੈਵੰਤ ਸਿੰਘ ਜੀ ਪਲੀਜ਼। ਜੈਵੰਤ ਸਿੰਘ ਵਿਆਹ ਕਰੇ ਜਿਹਨੂੰ ਕਹਿੰਦੇ ਬੀਜ ਦਾ ਰੌਲਾ ਪਾ ਕੇ ਉਹ ਬੈਠੇ ਆ ਵੀ ਉਹ ਇੱਧਰ ਕੀਤਾ ਅਸੀਂ ਤਾਂ ਕਹਿੰਦੇ ਆ ਆਪਾਂ ਜਵਾਬ ਲੈ ਲਈਏ। ਆਪਾਂ ਸਰਕਾਰਾਂ ਤੋਂ ਜਵਾਬ ਹੀ ਲੈ ਲਈਏ ਨਾ। ਆਪਾਂ ਜਵਾਬ ਕੀ ਕੀਤਾ ਹੈ, ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ, ਆਪਾਂ ਜਵਾਬ ਲੈ ਲਈਏ। ਕਿਦੋਂ ਕਰ ਰਹੇ ਹੋ, ਕੀ ਕਰ ਰਹੇ ਹੋ? ਸਰਕਾਰਾਂ ਤੋਂ ਜਵਾਬ ਹੀ ਲੈ ਲਈਏ ਨਾ ਆਪਾਂ। ਜੈਵੰਤ ਸਿੰਘ ਜੀ ਦੇਖੋ, ਮੈਂ ਜਵਾਬ ਪਹਿਲੇ ਹੀ ਦੇ ਦਿੱਤਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਲ ਸਿਰਫ ਪੰਜਾਬ ਦੇ ਕਿਸਾਨ ਨਹੀਂ, ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਕਮਿਟਡ ਹੈਗੇ ਆ। ਜੋ ਕੁਝ ਵੀ ਸਾਨੂੰ ਕਰਨਾ ਹੈ ਅਸੀਂ ਕਰਨ ਨੂੰ ਬਿਲਕੁਲ ਤਿਆਰ ਹੈਗੇ ਆ। ਟੇਬਲ ਦੇ ਉੱਤੇ ਆਓ, ਗੱਲਬਾਤ ਕਰੋ। ਲਖੀਮਪੁਰ ਕੇਸ ਦਾ ਜਿਹੜਾ ਕੇਸ ਹੈ ਉਹ ਸਬ ਜੁਡਿਸ ਹੈਗਾ, ਉਹਦੇ ਵਿੱਚ ਗੱਲਬਾਤ ਚੱਲ ਰਹੀ ਹੈ। ਯੂਪੀ ਦੇ ਕਿਸਾਨਾਂ ਨੂੰ ਵੀ ਉਹਦੇ ਨਾਲ ਏਡਾ ਹੀ ਰੋਸ ਹੈਗਾ। ਸਾਨੂੰ ਉਹਨਾਂ ਦੇ ਵੱਲ ਵੀ ਦੇਖਣਾ ਹੁੰਦਾ ਕਿ ਕੀ ਹੋਇਆ। ਸਾਰਾ ਕੁਝ ਜਿਹੜਾ ਹੈਗਾ ਬੜੀ ਅਟਮੋਸਟ ਸੈਂਸਿਟਿਵਿਟੀ ਦੇ ਨਾਲ ਗਵਰਨਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਗਵਰਨਮੈਂਟ ਅੱਗੇ ਵੱਧ ਵੀ ਰਹੀ ਹੈ। ਸੋ ਬੇਸਿਕਲੀ ਪ੍ਰੋਬਲਮ ਇਹ ਹੋਈ ਹੈ ਕਿ ਜਿੱਦਾਂ ਕਿਸਾਨ ਆਪਾਂ ਜੈਵੰਤ ਸਿੰਘ ਜੀ ਤੁਹਾਡੀ ਗੱਲ ਆ ਗਈ। ਆਪਣੇ ਆਪ ਇਹਨਾਂ ਨੇ ਮਹਿਮਾ ਜੀ ਆਪਾਂ ਪੰਜਾਬ ਦੇ ਨੁਮਾਇੰਦੇ ਜਗਤਾਰ ਸਿੰਘ ਜੀ ਇੱਕ ਮਿੰਟ। ਜਿਹੜਾ ਪਿਛਲੇ ਸਾਲ 11 ਦਸੰਬਰ ਨੂੰ ਅਸੀਂ ਅੰਦੋਲਨ ਜਦੋਂ ਉੱਥੋਂ ਸਸਪੈਂਡ ਕਰਕੇ ਲੈ ਕੇ ਆਏ, ਇੱਕ ਵਿਸ਼ਵਾਸ ਪੱਤਰ ਇਹਨਾਂ ਦਿੱਤਾ ਹੈ, ਉਹਦੇ ਤੋਂ ਤਾਂ ਬਕਾਇਦਾ ਫੈਸਲਾ ਹੋ ਗਿਆ ਨਾ ਵੀ ਆ ਅਸੀਂ ਮੰਗਾਂ ਕਰਾਂਗੇ। ਇਹ ਕਹਿੰਦੇ ਵੀ ਉਹਦੇ ਤੇ ਮੀਟਿੰਗਾਂ ਕਰੋ, ਗੱਲਬਾਤ ਕਰੋ। ਗੱਲਬਾਤ ਹੋਈ ਹੈ, ਫੈਸਲੇ ਹੋਏ ਨੇ। ਚਲੋ ਇਹਨਾਂ ਦਾ ਇਹ ਨਹੀਂ ਪਤਾ ਵੀ ਫੈਸਲਾ ਜਦੋਂ ਹੋ ਜਾਏ ਉਹ ਫੈਸਲਾ ਹੁੰਦਾ ਹੈ, ਉਹਦੇ ਤੇ ਦੁਬਾਰਾ ਥੋੜਾ ਚਰਚਾ ਹੁੰਦੀ ਹੈ। ਲਖੀਮਪੁਰ ਖੀਰੀ ਵਾਲਾ ਜਿਹੜਾ ਸੁਣ ਲਓ ਇੱਕ ਮਿੰਟ। ਲਖੀਮਪੁਰ ਖੀਰੀ ਵਾਲਾ 3 ਤਰੀਕ ਨੂੰ ਸਾਡੇ ਕਿਸਾਨਾਂ ਨੂੰ ਨਾ ਦਰੜਿਆ ਗੱਡੀ ਥੱਲੇ, ਉੱਥੇ ਸਾਡੇ SKM ਦੇ ਨੁਮਾਇੰਦੇ ਗਏ। ਉਹ ਨੁਮਾਇੰਦਿਆਂ ਨਾਲ ਉੱਥੇ BJP ਦੇ ਲੀਡਰ ਸੀ, ਉੱਥੇ ਅਧਿਕਾਰੀ ਸੀ, ਉਹਨਾਂ ਨਾਲ ਗੱਲਬਾਤ ਹੋਈ। ਗੱਲਬਾਤ ਹੋ ਕੇ ਇੱਕ ਫੈਸਲਾ ਹੋਇਆ। ਆਪਾਂ ਜਵਾਬ ਲੈਣੇ ਆ ਜੀ, ਆਪਾਂ ਜਵਾਬ ਲੈਣੇ। ਆਪਣੇ ਕੋਲ ਸਮਾਂ ਨਹੀਂ।
ਫਿਰ ਬਗੈਰ ਜਵਾਬ ਦਿੱਤੇ ਹੀ ਬਗੈਰ ਜਵਾਬ ਦਿੱਤੇ ਹੀ ਪਿਛਲੇ ਸਾਲ 9 ਦਸੰਬਰ ਨੂੰ ਥੈਂਕ ਯੂ ਵੈਰੀ ਮਚ। ਲੰਬੀ ਬਹਿਸ ਹੈ ਕਿਸਾਨ ਅੰਦੋਲਨ ਤੇ ਕਈ ਬਹਿਸਾਂ ਹੋ ਸਕਦੀਆਂ ਜੀ। ਮਹਿਮਾ ਜੀ, ਮੈਂ ਪੰਜਾਬ ਦੇ ਨੁਮਾਇੰਦੇ ਵੀ ਸਾਡੇ ਨਾਲ ਬੈਠੇ ਹੈ, ਮੈਂ ਉਹਨਾਂ ਤੋਂ ਜਵਾਬ ਲੈ ਲਾਂ, ਫਿਰ ਆਪਾਂ ਜੈਵੰਤ ਜੀ ਤੋਂ ਵੀ ਜਵਾਬ ਲੈਂਦੇ ਹਾਂ। ਸਿੰਗੜਾ ਜਿਸ ਮਾਮਲੇ ਤੇ ਗੱਲ ਕਰ ਰਹੇ, ਦੇਖੋ ਜੈਵੰਤ ਜੀ ਦਾ ਕਹਿਣਾ ਜੋ ਪੰਜਾਬ ਦੀਆਂ ਗੱਲਾਂ ਨਹੀਂ ਕੱਲੀਆਂ ਦੇਸ਼ ਦੀਆਂ ਗੱਲਾਂ ਹੈ, ਕਿਸਾਨੀ ਮੁੱਦਿਆਂ ਤੇ ਉਹ ਕਹਿੰਦੇ ਅਸੀਂ ਵੀ ਵੱਡੇ ਹਿਤੈਸ਼ੀ ਹਾਂ, ਜੋ ਗੱਲਾਂ ਜੋ ਇਸ਼ੂ ਹੈਗੇ ਸਾਰੇ ਕੇਂਦਰ ਉਹਨਾਂ ਬਾਰੇ ਗੱਲ ਵੀ ਕਰ ਰਿਹਾ ਔਰ ਹੱਲ ਵੀ ਕਰ ਰਿਹਾ। ਆਪਾਂ ਕਹਿ ਰਹੇ ਕਿ ਪੰਜਾਬ ਸਰਕਾਰ ਵੱਡੀ ਹਿਤੈਸ਼ੀ ਹੈ ਕਿਸਾਨਾਂ ਦੀ, ਇਸ ਕਰਕੇ ਮਸਲੇ ਹੱਲ ਹੋ ਰਹੇ ਆ। ਨਹੀਂ, ਸਾਡਾ ਬੀਜੇਪੀ ਨਾਲ ਮੁਕਾਬਲਾ ਨਹੀਂ ਹੈ ਕੋਈ, ਅਸੀਂ ਅਲੱਗ ਹੈ, ਬੀਜੇਪੀ ਅਲੱਗ ਹੈ। ਜਿਹੜੀ ਦੱਸ ਰਹੇ ਆ ਉਹ ਅਲੱਗ ਚੀਜ਼ਾਂ ਆ, ਪਰ ਜਿਹੜੇ ਨਹੀਂ ਹੋਈਆਂ ਚੀਜ਼ਾਂ ਗੱਲ ਤਾਂ ਉਹਨਾਂ ਦੀ ਹੈ। ਜਿਹੜੀ ਮੈਂ ਪਹਿਲਾਂ ਕਿਸਾਨਾਂ ਦੇ ਬਾਰੇ ਗੱਲ ਕਰੂੰਗਾ, ਫਿਰ ਮੈਂ ਜੈਵੰਤ ਸਿੰਘ ਜੀ ਵੱਲ ਆਉਣਾ ਆ। ਜਿਹੜੀ 19 ਦਸੰਬਰ ਦੀ ਗੱਲ ਕੀਤੀ ਆ ਕਿਸਾਨ ਆਗੂਆਂ ਨੇ, 19 ਦਸੰਬਰ ਦਾ ਸੈਲੀਬ੍ਰੇਟ ਕਰਨ, ਇਹਨਾਂ ਨੇ ਸੈਲੀਬ੍ਰੇਟ ਕਰਨਾ। ਮੈਂ ਵੀ ਆਪਣਾ ਕੁਝ ਸੋਚਿਆ ਹੋਇਆ ਐਜ਼ ਏ ਇੰਡੀਵਿਜੂਅਲ ਵੀ, ਮੇਰੇ ਵੀ ਜਿਹੜੀ ਉਗੜੀ ਦੁਗੜੀ ਜਿੱਦਾਂ ਦੀ ਵੀ ਲਾਇਬ੍ਰੇਰੀ ਮੇਰੇ ਘਰ 'ਚ ਹੈਗੀ ਆ, ਉਹਦੇ ਹਰ ਕੋਨੇ 'ਚ ਕਿਸਾਨ ਅੰਦੋਲਨ ਨਾਲ ਸੰਬੰਧਿਤ, ਐਕਟਾਂ ਦੇ ਨਾਲ ਸੰਬੰਧਿਤ, ਹੋਰ ਸਾਰੀ ਚੀਜ਼ਾਂ ਨਾਲ ਸੰਬੰਧਿਤ ਮੈਂ ਵੀ 2 ਘੰਟੇ ਕੱਲ੍ਹ ਨੂੰ ਲਾਉਣੇ ਆ ਉਸ ਗੱਲ ਤੇ, ਨਾਲੇ ਪੁਰਾਣੀਆਂ ਯਾਦਾਂ ਤਾਜ਼ਾ ਹੋਣਗੀਆਂ ਕਿ ਕਿਸ ਤਰ੍ਹਾਂ ਅੰਦੋਲਨ 'ਚ ਮੈਂ ਵੀ ਹਿੱਸਾ ਪਾਇਆ, ਆਮ ਆਦਮੀ ਪਾਰਟੀ ਨੇ ਵੀ ਹਿੱਸਾ ਪਾਇਆ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੇ ਸਮੇਤ ਕਿਸਾਨ ਸਰਕਾਰ ਵੀ ਬਣਾਈ ਆ, ਔਰ ਅਸੀਂ ਮੰਗਾਂ ਵੀ ਪੂਰੀਆਂ ਕਰ ਰਹੇ ਹਾਂ, ਅਸੀਂ ਹਰ ਚੀਜ਼ ਤੇ ਲਾਗੂ ਕਰ ਰਹੇ ਹਾਂ। ਰਹੀ ਗੱਲ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਨੇ ਜੋ ਵਾਅਦਾ ਕੀਤਾ ਨਾ, ਕਾਨੂੰਨ ਤਾਂ ਸਸਪੈਂਡ ਕਰਤੇ, ਉਹਦੇ ਨਾਲ ਜਿਹੜੇ ਹੋਰ ਵਾਅਦੇ ਕੀਤੇ ਸੀ ਉਹਨਾਂ ਨੂੰ ਇੱਕ ਵੀ ਪੂਰਾ ਨਹੀਂ ਕੀਤਾ। ਜਦਕਿ ਪੰਜਾਬ ਸਰਕਾਰ ਨੇ ਉਸ ਕੇਸ 'ਚ ਵੀ ਕਾਫੀ ਕੇਸ ਵਾਪਸ ਲਏ ਆ। ਮੈਨੂੰ ਸਿੱਧੂ ਸਾਹਿਬ ਮੈਂ ਸ਼ੁਰੂ ਕਰਦਾ, ਉਸ ਤੋਂ ਪਹਿਲਾਂ ਮੈਨੂੰ ਬੰਦ ਸਮਾਂ ਨਹੀਂ ਹੈ ਸਰ, ਸਮਾਂ ਨਹੀਂ, ਮੈਂ ਮਾਫੀ ਚਾਹਾਂਗਾ ਇਸ ਗੱਲ ਲਈ, ਆਪਾਂ ਜਵਾਬ ਲੈ ਲਈਏ, ਸਮੇਂ ਦੀ ਮਜਬੂਰੀ ਹੈ। ਜੈਵੰਤ ਸਿੰਘ ਜੀ, ਜਦੋਂ ਕਿਸਾਨਾਂ ਦੀ ਗੱਲ ਕਰਦੇ ਆ, ਆਪ ਦੀ ਗੱਲ ਕਰਦੇ ਆ, ਉਹ ਕਹਿੰਦੇ ਜੋ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਨਹੀਂ ਹੋਏ, ਇਸ ਕਰਕੇ ਅੰਦੋਲਨ ਹੈ, ਇਸੇ ਕਰਕੇ ਬਨੇਰਿਆਂ ਤੇ ਮੋਮਬੱਤੀਆਂ ਜਗਣਗੀਆਂ, ਕਿਉਂਕਿ ਕੀਤਿਆਂ ਵਾਅਦਿਆਂ ਦੀ ਪੂਰਤੀ ਨਹੀਂ ਹੋਈ। ਆਖਰੀ ਕਮੈਂਟ ਇਸ ਬਹਿਸ ਦੇ ਤੁਹਾਡੇ ਤੋਂ ਜੈਵੰਤ ਸਿੰਘ ਜੀ। ਮੇਰਾ ਲਾਸਟ ਕਮੈਂਟ ਇਹ ਹੈ ਜੀ, ਦੇਖੋ ਲਖੀਮਪੁਰ ਖੀਰੀ ਦਾ ਜਿਹੜਾ ਕੇਸ ਹੈ ਉਹ ਸਬ ਜੁਡਿਸ ਹੈਗਾ, ਉਹਦੇ ਵਿੱਚ ਅਸੀਂ ਗਵਰਨਮੈਂਟ ਦੇ ਵੱਲੋਂ ਇੱਕ ਵਨ ਸਾਈਡਡ ਡਿਸੀਜਨ ਜਿਹੜੀ ਆ ਉਹ ਨਹੀਂ ਦੇ ਸਕਦੇ, ਬਿਕੋਜ਼ ਇਟ ਇਜ਼ ਅ ਕੇਸ ਆਫ ਡੈਥ ਆਫ ਸਮਬਡੀ। ਤੇ ਉਹਦੇ ਵਿੱਚ ਹੁਣ ਅਸੀਂ ਐਜ਼ ਅ ਗਵਰਨਮੈਂਟ ਅਸੀਂ ਉਹਦੇ ਉੱਤੇ ਕੋਈ ਟਿੱਪਣੀ ਵੀ ਨਹੀਂ ਕਰ ਸਕਦੇ, ਪਰ ਸਾਡੀ ਪੂਰੀ ਸੈਂਸਿਟਿਵਿਟੀ ਉਸ ਦੇ ਵੱਲ ਹੈਗੀ ਹੈ ਕਿ ਜਿਹੜੇ ਉਹਦੇ ਵਿੱਚ ਜਿਹੜੇ ਬੰਦੇ ਹੂਐਵਰ ਇਜ਼ ਦਾ ਕਲਪਰੇਟ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹਦੇ ਬਾਰੇ ਸਾਡੀ ਪੂਰੀ ਸੈਂਸਿਟਿਵਿਟੀ ਹੈਗੀ ਹੈ। ਜਿਹੜੇ ਬਾਕੀ ਪੁਆਇੰਟਸ ਨੇ ਉਹਨਾਂ ਦੇ ਵਾਸਤੇ ਇੱਕ ਕਮੇਟੀ ਜਿਹੜੀ ਹੈ ਉਹ ਬਣਾਉਣ ਦੀ ਗੱਲ ਹੋਈ ਸੀਗੀ। ਸਿੰਗੜਾ ਸਾਹਿਬ ਕਹਿੰਦੇ ਆ ਕਿ ਮੰਤਰੀ ਤਾਂ ਉਦਾਂ ਹੀ ਕੈਬਨਿਟ 'ਚ ਬੈਠੇ ਆ ਕੇਂਦਰ 'ਚ, ਜੈਵੰਤ ਸਿੰਘ ਜੀ ਉਹ ਕਹਿੰਦੇ ਕਿ ਕੇਂਦਰ ਦੇ ਮੰਤਰੀ ਮੰਡਲ 'ਚ ਉਹ ਉਦਾਂ ਹੀ ਬੈਠੇ ਆ ਜਿਹੜੇ ਮੰਤਰੀ ਦਾ ਨਾਮ ਸੰਵਿਧਾਨ ਜਿਹੜਾ ਹੈਗਾ ਜੀ ਕਨਸਟੀਟਿਊਸ਼ਨਲੀ ਉਹਨਾਂ ਦੇ ਮੁੰਡੇ ਨੇ ਗਲਤੀ ਕੀਤੀ ਹੈ, ਜਿਹੜੀ ਸਜ਼ਾ ਹੈ ਉਹ ਮੁੰਡੇ ਦੀ ਸਜ਼ਾ ਪਿਓ ਨੂੰ ਨਹੀਂ ਮਿਲ ਸਕਦੀ ਹੈ, ਗੱਲ ਸਬ ਜੁਡਿਸ ਹੈਗੀ ਹੈ ਤੇ ਅਸੀਂ ਉਸ ਗੱਲ ਦੇ ਵੱਲ ਬੜੇ ਸੈਂਸਿਟਿਵ ਹੈਗੇ ਆ। ਸਾਡੇ ਕੋਲ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸਿੱਖ ਫਾਰਮਰਸ ਹੈਗੇ ਨੇ, ਸਾਨੂੰ ਉਹਨਾਂ ਦੇ ਬਾਰੇ ਵੀ ਸੋਚਣਾ ਪੈਂਦਾ ਹੈ। ਅਸੀਂ ਇਦਾਂ ਇਨਸੈਂਸਿਟਿਵ ਹੋ ਕੇ ਤੇ ਗੁਜ਼ਾਰਾ ਨਹੀਂ ਕਰ ਸਕਦੇ ਆ। ਉਹ ਸਾਡੀਆਂ ਵਾਸਤੇ ਸਾਰੀਆਂ ਸਟੇਟਾਂ ਤੇ ਸਾਰੀ ਸਿੱਖ ਸਮੁਦਾਇ ਬਹੁਤ ਜ਼ਿਆਦਾ ਸੈਂਸਿਟਿਵ ਹੈਗੀ ਹੈ, ਅਸੀਂ ਨੈਸ਼ਨਲ ਲੈਵਲ ਦੇ ਉੱਤੇ ਸੋਚਦੇ ਹੈਗੇ ਆ। ਸੋ ਇੱਕੋ ਦੀ ਗੱਲ ਨਹੀਂ ਹੈ, ਪੂਰੀ ਨੇਸ਼ਨ ਦੀ ਗੱਲ ਹੈਗੀ ਹੈ, ਇਹਦੇ ਉੱਤੇ ਪੂਰੇ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਹੋਏਗੀ। ਜੀ ਮਹਿਮਾ ਜੀ 2 ਲਾਈਨਾਂ ਦਾ ਕਮੈਂਟ ਹੈ। ਜੈਵੰਤ ਸਿੰਘ ਜੀ ਕਹਿੰਦੇ ਕਿ ਕਾਰਵਾਈ ਹੋਏਗੀ ਸਖਤੀ ਨਾਲ, ਜਿਹੜੀਆਂ ਚਾਹੇ ਲਖੀਮਪੁਰ ਖੀਰੀ ਦੀ ਗੱਲ ਹੈ, ਦੂਜੇ ਮੁੱਦਿਆਂ ਦੀ ਗੱਲ ਕਰਦੇ ਆ, ਸਹਿਮਤ ਹੋ ਇਸ ਗੱਲ ਨਾਲ? ਨਹੀਂ ਜੀ, 2 ਗੱਲਾਂ ਹੀ ਮੈਂ ਰੱਖੀਆਂ ਨੇ ਕਿ ਸਾਡਾ ਇੱਕ ਫੈਸਲਾ 11 ਦਸੰਬਰ ਨੂੰ ਹੋਇਆ, ਇਹਨਾਂ ਦਾ ਸਾਨੂੰ ਵਿਸ਼ਵਾਸ ਪੱਤਰ ਦਿੱਤਾ, ਉਸ ਤੋਂ ਬਾਅਦ ਜਿਹੜਾ ਲਖੀਮਪੁਰ ਖੀਰੀ ਵਾਲਾ ਫੈਸਲਾ ਹੋਇਆ, ਇਹ ਦੋਵਾਂ ਤੋਂ ਹੀ ਉੱਥੇ ਅੱਡ ਨੂੰ ਗੱਲ ਲਿਜਾ ਰਹੇ ਆ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹ ਨਹੀਂ ਕਰ ਸਕਦੇ, ਅਸੀਂ ਇਹਨਾਂ ਨਾਲ ਨਹੀਂ ਸਹਿਮਤ। ਦੂਜੀ ਗੱਲ ਇਹ ਕਿ ਇਹ ਜਿਹੜਾ ਅਜੇ ਮਿਸ਼ਰਾ ਟੈਣੀ ਹੈ, ਉਹਨੇ ਉਹ ਜਿਹੜੀ ਘਟਨਾ ਦੀ ਸਾਰੀ ਸਾਜ਼ਿਸ਼ ਰਚੀ, ਉਸ ਤੋਂ ਪਹਿਲਾਂ ਉਹਦਾ ਵੀਡੀਓ ਵਾਇਰਲ ਹੋ ਗਈ, ਉਹ ਬਕਾਇਦਾ ਬੋਲਦਾ ਪਿਆ ਤੇ ਉਹ 120 ਦੇ ਵਿੱਚ ਦੋਸ਼ੀ ਬਿਲਕੁਲ ਹਾਲੇ ਵੀ ਨਾ ਉਹਨੂੰ ਕੇਂਦਰ ਦਾ ਗ੍ਰਹਿ ਰਾਜ ਮੰਤਰੀ ਦਾ ਅਹੁਦਾ ਦਿੱਤਾ ਹੋਇਆ। ਇਹ ਤਾਂ ਸਾਨੂੰ ਤੁਹਾਡੀ ਗੱਲ ਆ ਗਈ, ਵੇਖ ਲੈਣੀ ਚਾਹੀਦੀ ਹੈ ਕਿਸਾਨਾਂ ਦੇ ਜਿਹੜੇ ਕਾਤਲ ਕਰਨ ਵਾਲੇ ਉਹਨਾਂ ਨੂੰ ਕੇਂਦਰ 'ਚ ਬਿਠਾ ਕੇ ਬੈਠੇ ਨੇ। ਜੀ ਬਲਦੇਵ ਜੀ ਤੁਹਾਡੇ ਕੋਲ ਮੈਂ ਬਲਦੇਵ ਜੀ ਕਮੈਂਟ ਵੀ ਆਪਾਂ ਲੈ ਲਈਏ। ਮਾਰਨ ਵਾਲਾ ਦਰਨ ਵਾਲਾ ਉਹਨੂੰ ਇਹਨਾਂ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਜੇ ਕਿਸਾਨ ਪੱਖੀ ਨੇ ਤਾਂ ਉਹਨੂੰ ਕਰਨ ਬਰਖਾਸਤ, ਉਹਨੂੰ ਕਰਨ ਅਰੈਸਟ। ਥੈਂਕ ਯੂ ਵੈਰੀ ਮਚ, ਥੈਂਕ ਯੂ। ਬਲਦੇਵ ਜੀ ਦੇਖੋ ਜੀ ਸਿੱਧੂ ਸਾਹਿਬ, ਜਦੋਂ FIR ਦੇ ਵਿੱਚ ਨਾ ਜੇ 120 ਲੱਗ ਜੇ ਜਿਹੜੇ ਬੰਦੇ ਤੇ, ਜੇ ਉਹ ਕਿਸੇ ਇਹੋ ਜਿਹੇ ਸਨਮਾਨਯੋਗ ਅਹੁਦੇ ਤੇ ਬੈਠਾ ਤਾਂ ਇਹ ਅਖਲਾਕੀ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਉਹਨਾਂ ਨੂੰ। ਚਲੋ, ਕਿਉਂਕਿ ਦੇਸ਼ ਦਾ ਅੰਨਦਾਤੇ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਗੱਡੀਆਂ ਤੇ ਚੜਾ ਕੇ ਦਰੜਿਆ, ਪੂਰੀ ਦੁਨੀਆ ਨੇ ਵੀਡੀਓ ਦੇਖੀਆਂ।
ਤੁਹਾਡੀ ਆਪਣੀ ਰਾਏ ਹੈ, ਭਾਜਪਾ ਪਰ ਦੇ ਵਿੱਚ ਅਕਾਲੀ ਦਲ ਭਾਜਪਾ ਵਾਲੇ ਦੇ ਕਹਿ ਰਹੇ ਕਿ ਇਨਸਾਫ, ਭਾਜਪਾ ਆਗੂਆਂ ਦਾ ਕਹਿਣਾ ਕਿ ਨਿਆਂ ਤੇ ਇਨਸਾਫ ਮਿਲੇਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨੀ ਅੰਦੋਲਨ ਦੇ ਕਿਸਾਨੀ ਮੁੱਦੇ ਤੇ ਆਉਣ ਲਈ। ਆਖਰਕਾਰ ਕਿਉਂ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਜ਼ਿੰਦਾਬਾਦ ਝੰਡੇ, ਕਾਲੇ ਝੰਡੇ ਚੌਂਕਾਂ ਦੇ ਵਿੱਚ ਧਰਨੇ, ਚਾਹੇ ਰੇਲ ਟਰੈਕ ਹੋਣ, ਚਾਹੇ ਜਿਹੜੇ ਹੈਗੇ ਇਸ ਤਰ੍ਹਾਂ ਹੀ ਜਿਹੜੇ ਹੈਗੇ ਵੱਖ-ਵੱਖ ਜਿਹੜੇ ਪੁਲਾਂ ਦੇ ਉੱਤੇ ਧਰਨੇ, ਕਿਉਂ ਅੰਦੋਲਨ ਦੇ ਰਾਹ ਪੈਣਾ ਪੈ ਰਿਹਾ ਕਿਸਾਨੀ ਨੂੰ, ਬਹੁਤ ਵੱਡਾ ਮੁੱਦਾ ਹੈ। ਸਰਕਾਰਾਂ ਦਾ ਆਪੋ ਆਪਣਾ ਨਜ਼ਰੀਆ ਹੈ। ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਤੇ ਕੇਂਦਰ ਕਹਿੰਦਾ ਕਸਰ ਅਸੀਂ ਵੀ ਕੁਝ ਨਹੀਂ ਛੱਡਾਂਗੇ। ਫਿਰ ਕਿਉਂ ਬੇਚੈਨ ਹੈ ਪੰਜਾਬ ਤੇ ਦੇਸ਼ ਦਾ ਕਿਸਾਨ? ਇਹਨਾਂ ਮੁੱਦਿਆਂ ਤੇ ਸਵਾਲ ਮੈਂ ਮਹਿਮਾਨਾਂ ਦੇ ਨਾਲ ਆਪਣੇ ਦਰਸ਼ਕਾਂ ਲਈ ਛੱਡ ਕੇ ਜਾ ਰਿਹਾ। ਮਹਿਮਾਨਾਂ ਦਾ ਧੰਨਵਾਦ ਤੇ ਤੁਹਾਡੇ ਕੋਲੋਂ ਵੀ ਆਪਾਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।